ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਕਿਸਾਨੀ ਸੰਘਰਸ਼ ਨੇ ਸਾਨੂੰ ਮੁੜ ਸੁਰਜੀਤ ਕਰ ਦਿੱਤਾ। ਬਹੁਤ ਸਾਰੀਆਂ ਨਵੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ। ਇੱਦਾਂ ਲੱਗਦਾ ਕਿ ਪੰਜਾਬ ਜਿਹੜਾ ਹੈ ਆਪਣੇ ਇਤਿਹਾਸ ਨੂੰ ਇੱਕ ਵਾਰ ਫਿਰ ਤੋਂ ਜੀ ਰਿਹਾ ਹੈ। ਬਹੁਤ ਸਾਰੇ ਲੋਕ ਬਹੁਤ ਕੁਝ ਗੱਲਾਂ ਕਰ ਰਹੇ ਨੇ, ਪਰ ਜਿਨ੍ਹਾਂ ਦੇ ਕੋਲ ਤਜਰਬਾ ਹੈ ਐਡਮਿਨਿਸਟ੍ਰੇਟਿਵ ਦਾ, ਜਾਂ ਇਹ ਕਹਿ ਲਓ ਕਿ ਪੰਜਾਬ ਦੀ ਉਸ ਵਾਂਗਡੋਰ ਦਾ, ਉਹਨਾਂ ਨੂੰ ਕੁਝ ਹੋਰ ਵੀ ਪਤਾ ਹੈ। ਇਹ ਕਹਿ ਲਓ ਕਿ ਉਹਨਾਂ ਦਾ ਜਿਹੜਾ ਪਰਸਪੈਕਟਿਵ ਹੈ, ਉਹਨਾਂ ਦਾ ਇੱਕ ਦੇਖਣ ਦਾ ਢੰਗ ਹੈ, ਉਹ ਵੱਖਰਾ ਹੈ। ਮੇਰੇ ਨਾਲ ਸਾਬਕਾ DGP ਮਹਿਲ ਸਿੰਘ ਭੁੱਲਰ ਹੁਣੀ ਨੇ। ਤੁਹਾਡਾ ਸਵਾਗਤ ਹੈ ਸਰ। ਥੈਂਕ ਯੂ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਪੰਜਾਬ ਯੋਧਿਆਂ ਦੀ ਧਰਤੀ ਰਹੀ ਹੈ। ਹੁਣ ਤੁਸੀਂ ਇਸ ਕਿਸਾਨੀ ਸੰਘਰਸ਼ ਨੂੰ ਕਿੱਦਾਂ ਦੇਖਦੇ ਹੋ? ਕਿਸਾਨੀ ਸੰਘਰਸ਼ ਵੇਖੋ ਜੀ, ਜਦੋਂ ਕਿਸੇ ਚੀਜ਼ ਨੂੰ ਕਿਸੇ ਆਪਾਂ ਜਿਹੜੀ ਆਰਗੇਨਾਈਜੇਸ਼ਨ ਜਾਂ ਕਿਸੇ ਵੀ ਕਿਸਮ ਦੇ ਕੋਈ ਸੰਸਥਾ ਹੋਏ ਜੀ, ਉਹਨਾਂ ਨੂੰ ਜਿਹੜੀ ਡਿਜ਼ਰਵਿੰਗ ਚੀਜ਼ ਹੁੰਦੀ ਹੈ ਉਹਨਾਂ ਨੂੰ ਨਾ ਮਿਲੇ, ਸੰਘਰਸ਼ ਉਦੋਂ ਸ਼ੁਰੂ ਹੁੰਦਾ ਜਦੋਂ ਕਿਸੇ ਨੂੰ ਉੱਤੋਂ ਜਿਹੜੀ ਉਤਲੀ ਤਾਕਤ ਹੁੰਦੀ ਹੈ ਉਹ ਉਹਨਾਂ ਨੂੰ ਐਕਸਪਲੋਇਟ ਕਰੇ ਔਰ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਨਾ ਦੇਵੇ ਜਿਹੜੀ ਉਹ ਡਿਜ਼ਰਵ ਕਰਦੇ ਨੇ। ਫਿਰ ਅਖੀਰ ਆ ਕੇ ਉਹਨਾਂ ਦੇ ਹੱਥ ਕੀ ਹੁੰਦਾ ਸੰਘਰਸ਼ ਕਰਨਾ। ਕਿਸਾਨਾਂ ਦੇ ਵਿੱਚ ਹੁਣ ਤੁਸੀਂ ਵੇਖੋ, ਆਪਾਂ ਵੇਖਿਆ ਵੀ ਇਨਪੁਟਸ, ਮੈਂ ਖੁਦ ਅਸੀਂ ਕਿਸਾਨ ਬਿਲੋਂਗ ਕਰਨਾ, ਇਨਪੁਟਸ ਦੀ ਇੰਨੀ ਕੀਮਤ ਵਧੀ ਜਾ ਰਹੀ ਹੈ ਅਤੇ ਇਨਕਮੈਂਸੂਰੇਟ ਵਿਦ ਦੈਟ ਜਿਹੜੀ ਆਊਟਪੁੱਟ ਜਿਹੜੀ ਸਾਡੀ ਇਹ ਚੀਜ਼ ਇਹਦੀ ਕੀਮਤ ਨਹੀਂ ਵਧੀ। ਕਿਸਾਨ ਦੇ ਪੱਲੇ ਅੱਜ ਕੱਲ੍ਹ ਸਮਝੋ ਬਹੁਤ ਹੀ ਕੁਛ ਨਹੀਂ ਪੈ ਰਿਹਾ, ਆਪਣੀ ਮਿਹਨਤ ਵੀ ਨਹੀਂ ਪੂਰੀ ਪੈ ਰਿਹਾ ਪੂਰੀ। ਇਹਦੇ ਇਲਾਵਾ ਜਦੋਂ ਹੁਣ ਜਿਹੜੇ ਦੂਜੇ ਹੁਣ ਜਿਵੇਂ ਕਾਨੂੰਨ ਜਿਹੜੇ ਬਣ ਗਏ ਨੇ ਜਿਹੜੇ ਨਵੇਂ, ਇਹਦੇ ਖਿਲਾਫ ਹੋ ਗਏ, ਇਹਨਾਂ ਨੂੰ ਸਾਰਾ ਸਿੱਧਾ ਇਹ ਹਰ ਇੱਕ ਨੂੰ, ਇੱਕ ਜਿਹੜੇ ਕਿਸਾਨ ਨੂੰ ਨਹੀਂ, ਕੋਈ ਰੈਸ਼ਨਲ ਥਿੰਕਿੰਗ ਬੰਦਾ ਹੈ ਨਾ, ਉਹਦੇ ਵਿੱਚ ਜਦੋਂ ਇੰਨੀ ਸਾਰੇ ਕਿਸਾਨਾਂ ਦੀ ਆਊਟਪੁੱਟ ਜਿਹੜੀ ਹੋਣੀ ਸਾਰੀ ਪਰ ਇੱਕੋ ਕਾਰਪੋਰੇਟ ਨੇ ਖਰੀਦ ਕੇ ਉੱਥੇ ਜਮ੍ਹਾਂ ਕਰ ਲੈਣੀ। ਅਤੇ ਤੁਹਾਨੂੰ ਪਤਾ ਇਹ ਵਪਾਰ ਹੈ, ਵਪਾਰ ਦੇ ਵਿੱਚ ਉਹਨਾਂ ਆਪਣਾ ਮੁਨਾਫਾ ਵੇਖ ਰਹੇ ਨਾ ਕਿ ਲੋਕਾਂ ਦੀ ਥੱਲੇ ਭਲਾਈ ਵੇਖਣੀ ਜੀ। ਉਹ ਜਦੋਂ ਸਾਰੀ ਚੀਜ਼ ਜਮ੍ਹਾਂ ਹੋ ਜਾਏਗੀ ਉੱਥੇ, ਅਲਟੀਮੇਟਲੀ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਥੱਲੇ ਦੱਬੇ ਨੇ, ਕਿੰਨੇ ਸੁਸਾਈਡ ਕਰੀ ਜਾ ਰਹੇ ਨੇ, ਅਤੇ ਕਿਸਾਨਾਂ ਦਾ ਕੀ ਹਾਲ ਹੋਵੇਗਾ? ਉਹਨਾਂ ਨੇ ਮਨ ਮਰਜ਼ੀ ਅਖੀਰ ਦੇ ਕੁਛ ਟਾਈਮ ਵਾਸਤੇ ਜ਼ਰੂਰ ਕੁਛ ਪਾ ਚੰਗਾ ਦੇ ਕੇ ਲੋਕਾਂ ਨੂੰ ਖਿੱਚਣਗੇ ਆਪਣੇ ਵੱਲ, ਅਤੇ ਉਸ ਤੋਂ ਬਾਅਦ ਕਰਦੇ ਅਖੀਰ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਜੇ ਹੁਣ ਵੀ ਜਿਹੜੇ MSP ਦੇ ਹੁੰਦਿਆਂ ਹੋਇਆਂ ਵੀ ਜਿਹੜੇ ਉਸ ਖਰੀਦ ਡੇਟ ਤੋਂ ਪਹਿਲਾਂ ਆਪਣੀ ਫਸਲ ਵੇਚਦੇ ਨੇ, ਬੜਾ ਜਿਵੇਂ ਨਾ ਥਰੋਵੇ ਪ੍ਰਾਈਸ 'ਤੇ ਕਿਸਾਨਾਂ ਨੂੰ ਛੋਟੇ ਮਿਲੇਗਾ, ਕਿਉਂਕਿ ਉਹਨਾਂ ਕੋਲ ਆਪਣੇ ਕੋਲ ਸਟੋਰੇਜ ਫੈਸਿਲਿਟੀ ਨਹੀਂ ਹੁੰਦੀ ਜੀ, ਉਹਨਾਂ ਨੂੰ ਦੇਣੀ ਪੈਂਦੀ। ਲੋਕਾਂ ਨੂੰ ਐਪਰੀਹੈਂਸ਼ਨ ਹੋਣੀ ਬਿਲਕੁਲ ਸਹੀ ਹੈ, ਔਰ ਉਹ ਇਹਨਾਂ ਦੇ ਜਿਹੜੇ ਕਾਨੂੰਨ ਪਾਸ ਹੋਏ ਨੇ ਉਹਨਾਂ ਦੇ ਆਪਣਾ ਹਿੱਤ ਦੇ ਖਿਲਾਫ ਨੇ, ਇਸ ਕਰਕੇ ਉਹ ਇਸ ਪਾਸੇ ਆਏ ਨੇ ਔਰ ਬੜੀ ਜਸਟੀਫਾਈਡ ਹੈ। ਹਰ ਇੱਕ ਬੰਦਾ ਕੋਈ ਵੀ ਸੋਚੇਗਾ ਨਾ, ਉਹ ਸੋਚੇਗਾ ਵੀ ਇਹ ਵਾਕਿਆ ਸਹੀ ਹੈ। ਭੁੱਲਰ ਸਾਹਿਬ, ਜਦੋਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਸਰਕਾਰ ਦਾ ਇੱਕ ਰੋਲ ਜਿਹੜਾ ਬਣਦਾ ਹੈ ਉਹ ਅਦਾ ਨਹੀਂ ਕੀਤਾ ਜਾਂਦਾ। ਸਾਰੇ ਕਿਸਾਨ ਵੀ ਕਹਿ ਰਹੇ ਨੇ, ਕਿਸਾਨ ਜਥੇਬੰਦੀਆਂ ਵੀ ਕਹਿੰਦੀਆਂ ਨੇ ਕਿ ਕੈਪਟਨ ਅਮਰਿੰਦਰ ਉਵੇਂ ਨਹੀਂ ਅੱਗੇ ਆਉਂਦੇ ਜਿੱਦਾਂ ਆਉਣਾ ਚਾਹੀਦਾ ਸੀ ਇੱਕ ਸੂਬੇ ਦੀ ਸਰਕਾਰ ਨੂੰ। ਉਹਦੇ ਉੱਤੇ ਕੀ ਕਹਿੰਦੇ ਹੋ? ਦੇਖੋ, ਮੈਂ ਸਰਕਾਰ ਦੀ ਗੱਲ 'ਤੇ ਨਹੀਂ ਕਮੈਂਟ ਕਰਦਾ ਕਿਉਂਕਿ ਸਰਕਾਰਾਂ ਦੀ ਆਪਣੀ ਸੋਚ ਹੁੰਦੀ ਹੈ, ਪਰ ਮੈਂ ਇਹ ਕਹਿੰਦਾ ਵੀ ਜਿਹੜਾ ਕਿ ਸਰਕਾਰ ਦੇ ਹੱਥੋਂ ਜਿਹੜੀ ਪਾਵਰ ਸੀ ਜਿਹੜੀ ਉਹਨਾਂ ਦੀ, ਕਿਉਂਕਿ ਜਿਹੜੀ ਇਹ ਸਟੇਟ ਉਹ ਆਪਣੀ ਕੌਨਸਟੀਟਿਊਸ਼ਨ ਦੇ ਵਿੱਚ ਸ਼ਡਿਊਲ ਦੇ ਵਿੱਚ ਇਨਸ਼ਰਾਈਨਡ ਹੈ ਜੀ, ਉਹਦੇ ਵਿੱਚ ਕਿ ਇਹ ਜਿਹੜੀ ਖੇਤੀ ਦੇ ਸਾਰੇ ਜਿਹੜਾ ਸਿਸਟਮ ਉਹ ਸਟੇਟ ਸਬਜੈਕਟ, ਜਦੋਂ ਉੱਤੋਂ ਕਬਜ਼ਾ ਕਰ ਲਿਆ ਜਾਏ, ਸਿੱਧਾ ਆਪਣੇ ਆਪ ਪਾਸ ਕੀਤੇ ਜਾਣ ਅਤੇ ਉਹ ਵਾਇਲੇਸ਼ਨ ਕਰਕੇ ਕੀਤੀ ਜਾਵੇ ਜੀ, ਅਤੇ ਇਹ ਨਾ ਫਿਰ ਲੋਕਾਂ ਨੂੰ ਆਪਣੇ ਆਪ ਉੱਠਣਾ ਹੀ ਪੈਣਾ ਸੀ। ਲੋਕ ਸਿੱਧੇ ਉੱਠ ਕੇ ਹੋ ਗਏ ਨੇ। ਇਸ ਕਰਕੇ ਲੋਕਾਂ ਨੇ ਬੜੀ ਸੁਚੱਜੇ ਤਰੀਕੇ ਨਾਲ ਵੇਖਿਆ, ਅੱਗੇ ਵੀ ਇਸ ਤਰ੍ਹਾਂ ਸੰਘਰਸ਼ ਹੁੰਦੇ ਰਹੇ ਨੇ, ਉਹਦੇ ਪੋਲੀਟੀਸ਼ਨ ਆ ਜਾਂਦੇ ਰਹੇ। ਪੋਲੀਟੀਸ਼ਨ ਹਮੇਸ਼ਾ ਜਦੋਂ ਕਿਤੇ ਅਖੀਰ 'ਤੇ ਆ ਗਏ ਨਾ, ਇਹ ਜਿਹੜੇ ਸੰਘਰਸ਼ ਕਰਦੇ ਨੇ ਜਿਹੜੇ ਵਿਚਾਰੇ ਵਿੱਚ, ਉਹ ਵਿਚਾਰੇ ਕਈ ਜਾਨਾਂ ਵੀ ਚਲੀਆਂ ਗਈਆਂ, 100 ਤੋਂ ਉੱਤੇ ਜਾਨਾਂ ਵੀ ਚਲੀਆਂ ਗਈਆਂ, 130 ਤੋਂ ਵੱਧ ਜਾਨਾਂ ਹੁਣ ਤੱਕ ਜਾ ਚੁੱਕੀਆਂ। 100 ਜਨੀਆਂ ਵੀ ਨੇ, ਲੇਟੈਸਟ ਫਿਗਰ ਤੁਹਾਡੇ ਕੋਲ ਹੁੰਦੀ ਹੈ ਜੀ, ਅਤੇ ਉਹ ਬਹੁਤ ਜਾਨਾਂ ਚਲੀ ਗਈਆਂ ਨੇ। ਇਹਨਾਂ ਦਾ ਮੁੱਲ ਨਹੀਂ ਪੈਂਦਾ, ਮੁੱਲ ਨਹੀਂ ਇਨ ਦੀ ਸੈਂਸ ਕਿ ਜਿਹੜਾ ਜਿਸ ਚੀਜ਼ ਵਾਸਤੇ ਉਹਨੇ ਆਪਣਾ ਇਹ ਸੰਘਰਸ਼ ਰੰਭਿਆ ਹੁੰਦਾ ਹੈ ਉਹ ਅਚੀਵ ਨਹੀਂ ਹੁੰਦਾ। ਹਮੇਸ਼ਾ ਪੋਲੀਟਿਕਸ ਜਿਹੜੀ ਨਾ, ਪੋਲੀਟੀਸ਼ਨ ਉਹ ਆਪਣੀ ਵੋਟਰਾਂ ਦਾ ਆਪਣਾ ਹਿੱਤ ਸੋਚ ਕੇ ਉਹ ਫਿਰ ਉਸ ਚੀਜ਼ ਵਾਸਤੇ ਉਹ ਸਮਝੌਤੇ ਕਰ ਲੈਂਦੀਆਂ ਹਨ। ਅੱਛਾ, ਤੁਹਾਨੂੰ ਲੱਗਦਾ ਕਿ ਜਿਹੜੀ ਭਾਰਤ ਦੀ ਇੱਕ ਪੋਲੀਟਿਕਸ ਹੈ ਉਹ ਸਿਰਫ ਅਤੇ ਸਿਰਫ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਵੋਟ ਬੈਂਕ ਮੰਨਦੀ ਹੈ, ਉਸ ਤੋਂ ਇਲਾਵਾ ਕੁਛ ਨਹੀਂ? ਦੇਖੋ, ਜਦੋਂ ਵੋਟਾਂ ਲੈਣੀਆਂ ਤਾਂ ਉਦੋਂ ਸਾਰਾ ਵੋਟ ਬੈਂਕ ਵਾਸਤੇ ਚਿੱਤਰ ਕੇ ਪੈਦਾ ਹੋਵੇ, ਸਰਕਾਰ ਹੋਣ ਤੋਂ ਬਾਅਦ ਹੁੰਦੀ, ਮਗਰ ਦਾ ਫਰਜ਼ ਉਹਨਾਂ ਦਾ ਬਣਦਾ ਨਾ ਲੋਕਾਂ ਦੇ, ਜਿਵੇਂ ਉਹਨਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਹੁੰਦੀਆਂ ਨੇ ਉਸੇ ਤਰ੍ਹਾਂ ਉਹਨਾਂ ਦਾ ਧਿਆਨ ਵੀ ਰੱਖਣ, ਸਾਰਾ ਹਰ ਪਹਿਲੂ ਦਾ ਧਿਆਨ ਰੱਖਣਾ ਚਾਹੀਦਾ। ਇਹ ਤਾਂ ਸਰਕਾਰ ਦਾ ਫਰਜ਼ ਬਣਦਾ ਜੀ, ਜੋ ਰਾਜ ਕਰਦਾ ਰਾਜੇ ਦਾ ਫਰਜ਼ ਬਣਦਾ, ਉਹ ਰਾਜ ਨਹੀਂ ਕਰਨਾ ਹੁੰਦਾ, ਸੇਵਾ ਕਰਨੀ ਹੁੰਦੀ ਹੈ ਜੀ। ਜਦੋਂ ਇਹ ਸਾਡੀ ਪੰਜਾਬ ਸਰਕਾਰ ਦਾ ਵੀ ਇੱਕ ਕਹਿ ਲਓ ਗੋਲ ਆ, ਰਾਜ ਨਹੀਂ ਸੇਵਾ। ਉਹ ਗੱਲ ਵੱਖਰੀ ਕਿ ਉਹ ਸੇਵਾ ਕਿਸੇ ਹੋਰ ਤਰੀਕੇ ਦੀ ਕਰਦੇ ਨੇ
ਕਿ ਸਮਝ ਨਹੀਂ ਆਉਂਦੀ ਕਿ ਉਹ ਰਾਜ ਆ ਕਿ ਸੇਵਾ ਆ। ਇਹ ਤਾਂ ਤੁਹਾਨੂੰ ਪਤਾ ਕਿਹੜਾ। ਜਦੋਂ ਆਪਾਂ ਚਲੋ ਤੁਸੀਂ ਗੱਲ ਕਰ ਹੀ ਲਈ ਕਿ ਰਾਜੇ ਦਾ ਜਿਹੜਾ ਇੱਕ ਫਰਜ਼ ਹੁੰਦਾ ਹੈ ਕਿ ਆਪਣੀ ਜਿਹੜੀ ਆਵਾਮ ਹੈ ਉਹਦੀ ਜਿਹੜੀ ਇੱਕ ਸੇਵਾ ਕਰਨੀ, ਉਹਦੇ ਦੁੱਖ ਸੁੱਖ ਦੇ ਵਿੱਚ ਖੜੇ ਹੋਣਾ। ਮੈਂ ਗੱਲ ਕਰ ਰਿਹਾ ਆਪਣੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਹੁਣੀ, ਉਹ ਕਿਵੇਂ ਦੇ ਲੱਗਦੇ ਨੇ ਤੁਹਾਨੂੰ? ਕਿਉਂਕਿ ਤੁਹਾਡਾ ਬਹੁਤ ਵੱਡਾ ਐਕਸਪੀਰੀਅੰਸ ਹੈ, ਤੁਹਾਨੂੰ ਕੀ ਲੱਗਦਾ ਕਿ ਉਹ ਕਿਵੇਂ ਦੇ ਪ੍ਰਧਾਨ ਮੰਤਰੀ ਨੇ? ਦੇਖੋ ਜੀ, ਜਦੋਂ ਲੋਕਾਂ ਨੇ ਵੋਟਾਂ ਪਾਈਆਂ ਨੇ ਉਦੋਂ ਆਇਆ ਸੀ, ਲੋਕਾਂ ਨੂੰ ਉਮੀਦਾਂ ਸਨ ਅਤੇ ਉਹਨਾਂ ਨੇ ਚਲੋ ਕੀਤਾ। ਪਿਛਲੀਆਂ ਸਰਕਾਰਾਂ 'ਤੇ ਉਹਨੂੰ ਤਸੱਲੀ ਨਹੀਂ, ਉਹਨਾਂ ਸੋਚਿਆ ਵੀ ਕੋਈ ਥਰਡ ਫਰੰਟ ਵੀ ਆਵੇ ਅੱਗੇ। ਪਰ ਉਹਦੇ ਵਿੱਚ ਜਦੋਂ ਆ ਗਏ ਫਿਰ ਜਿਹੜੇ ਹੁਣ ਜੇ ਇਸ਼ੂ ਜਿਹੜੇ ਬਣਾਏ ਨੇ ਨਾ, ਉਹ ਜਿਹੜੇ ਇੱਕ ਡੈਮੋਕ੍ਰੈਟਿਕ ਸੈਟਅਪ ਵਾਸਤੇ ਨਾ, ਉਹ ਸਾਰੇ ਸੈਟਅਪ ਜਿਹੜੇ ਕਿ ਠੀਕ ਹੀ ਨਹੀਂ ਹੁੰਦੇ, ਕਿਉਂਕਿ ਕੋਈ ਯੂਨੀਲੈਟਰਲ ਗਵਰਨਮੈਂਟ ਵੀ ਨਹੀਂ ਹੈਗੀ ਜੀ, ਨਾ ਹੀ ਕੋਈ ਡਿਕਟੇਟਰਸ਼ਿਪ ਹੈ। ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਉਹ ਅਮਲਗੈਮੇਸ਼ਨ ਜਿਹੜਾ ਉਸ ਪਾਸੇ ਜਾਂਦਾ ਹੈ ਕਿਉਂਕਿ ਜਦੋਂ ਜੇ ਡੈਮੋਕ੍ਰੇਟਿਕ ਜਾਂ ਸਟੇਟ ਹੁੰਦੀ, ਜਿਵੇਂ ਸਾਡਾ ਬੜਾ ਵਾਸਟ ਕੰਟਰੀ, ਇਹਦੇ ਵਿੱਚ ਜਿਹੜੇ ਮੁੱਦੇ ਹੁੰਦੇ ਨੇ, ਮੇਨ ਮੁੱਦੇ ਜਿਹੜੇ ਖਾਸ ਕਰਕੇ ਆਮ ਪਬਲਿਕ ਨੂੰ ਇਸ਼ੂ ਨੂੰ ਜਿਹੜੇ ਹੁੰਦੇ ਪਾਸੇ ਹੁੰਦੇ ਨੇ, ਉਹਨਾਂ ਵਾਸਤੇ ਬੜੀ ਲੰਮੀ ਚੌੜੀ ਪਾਰਲੀਮੈਂਟ ਵਿੱਚ ਜੇ ਕੋਈ ਪਹਿਲੇ ਪਾਸ ਕਰਨਾ ਹੁੰਦਾ ਹੈ, ਬੜੀ ਲੰਮੀ ਡਿਸਕਸ਼ਨ ਹੁੰਦੀ। ਕਈ ਵਾਰ ਇੱਕ ਸੈਸ਼ਨ 'ਚ ਉਹ ਕੰਪਲੀਟ ਨਹੀਂ ਹੁੰਦੀ, 200 ਸੈਸ਼ਨ 'ਚ, ਨਾ ਕਿ ਇੱਕ ਦਿਨ ਦੀ ਸਿਟਿੰਗ 'ਚ ਨਾਲ ਦੀ ਨਾਲ ਪਾਸ ਕਰਕੇ ਜੀ ਆਪਣਾ ਲੋਕ ਸਭਾ 'ਚ ਇੱਕ ਦਿਨ 'ਚ ਪਾਸ ਕਰਕੇ ਤੇ ਅੱਗੇ ਕਰਕੇ ਜਾ ਕੇ ਨਾਲ ਅਗਲੇ ਦਿਨ ਹੀ ਬਿੱਲ ਨੂੰ ਜਾ ਕੇ ਪ੍ਰੈਜ਼ੀਡੈਂਟ ਦਾ ਸਕਦਾ ਕਾਨੂੰਨ ਬਣ ਜਾਂਦਾ। ਇਹ ਤਾਂ ਬਹੁਤ ਘੱਟ ਗਿਣੀਆਂ ਕਿਉਂਕਿ ਬੜੀ ਲੰਮੀ ਬਹਿਸ ਹੁੰਦੀ ਇਹਦੇ। ਵੇਖੋ ਇੱਕ ਤਾਂ ਡਿਸਕਸ਼ਨ ਹੁੰਦੀ, ਇੱਕ ਪਬਲਿਕ ਦੇ ਨਾਲ ਜਿਹੜੇ ਇਹ ਕੰਸਰਨ ਬੰਦੇ ਹੁੰਦੇ ਨੇ, ਜਿਹੜੇ ਰਿਪਰੈਜ਼ੈਂਟੇਟਿਵ ਹੁੰਦੇ ਨੇ, ਉਹਨਾਂ ਦੇ ਵਿਊ ਲੈ ਜਾਂਦੇ ਨੇ ਜੀ। ਫਿਰ ਸਭ ਤੋਂ ਵੱਡਾ ਮੈਂ ਸਮਝਿਆ ਰੋਲ ਹੁੰਦਾ ਇਹਦੇ 'ਚ ਪ੍ਰੈਸ ਦਾ, ਮੀਡੀਆ ਦਾ ਕਿਉਂ ਮੀਡੀਆ ਦੇ ਕੋਲ ਬੜਾ ਨੌਲੇਜ ਹੁੰਦਾ, ਹਰ ਕਿਸਮ ਦਾ ਨੌਲੇਜ ਖੋਲ੍ਹ ਕੇ ਗੱਲਾਂ ਕਰਦੇ ਨੇ, ਉਹ ਚੀਜ਼ ਨੂੰ ਕੰਸੀਡਰ ਕੀਤਾ ਜਾਂਦਾ। ਇਹ ਸਾਰੀਆਂ ਚੀਜ਼ਾਂ ਕਰਕੇ ਫਿਰ ਇੱਕ ਕਾਨੂੰਨ ਪਾਸ ਕੀਤੇ ਜਾਂਦੇ ਨੇ, ਨਾ ਕਿ ਇਕੱਲੇ ਬੈਠ ਕੇ ਇੱਕ ਪਾਸੇ ਵੀ ਕਿੱਧਰ ਕਿਹਨੂੰ ਫਾਇਦਾ ਹੋ ਸਕਦਾ ਹੈ ਇਸ ਕੀਤਾ ਜਾਏ ਉਹ ਤਾਂ। ਅੱਛਾ, ਤੁਹਾਨੂੰ ਲੱਗਦਾ ਹੈ ਕਿ ਮੋਦੀ ਸਰਕਾਰ ਇੱਕ ਤਰੀਕੇ ਦੀ ਸਰਕਾਰ ਜਿਹੜੀ ਹੈ, ਇੱਕ ਤੁਸੀਂ ਲੋਕਤੰਤਰ ਦੀ ਗੱਲ ਕਰ ਰਹੇ ਹੋ, ਕਿ ਇਹ ਲੋਕਤੰਤਰ ਨਹੀਂ, ਇੱਕ ਹਿਪੋਕ੍ਰੇਸੀ ਵੱਲ ਵੱਧਦੀ ਜਾਂਦੀ ਹੈ ਸਰਕਾਰ? ਪਤਾ ਨਹੀਂ, ਮੈਂ ਤਾਂ ਆਪਣੇ ਆਪ ਨੂੰ ਕਨਫਾਈਨ ਕਰਾਂਗਾ ਕਿਉਂਕਿ ਮੈਂ ਕਿਸਾਨ ਹਾਂ, ਕਿਉਂਕਿ ਮੈਂ ਪੋਲੀਟੀਸ਼ਨ ਤਾਂ ਹੈ ਨਹੀਂ, ਤਾਂ ਇਹ ਕਿਸਾਨੀ ਮੁੱਦਿਆਂ ਦੇ ਜਿਹੜੇ ਕਿ ਨਹੀਂ, ਜਿਹੜੀ ਇਸ ਗੱਲ 'ਤੇ ਜਿਹੜੀ ਕਿ ਨਹੀਂ, ਇਹ ਜਿਹੜੀ ਇਹ ਸਰਕਾਰ ਕਹਿੰਦੀ ਇਹਦੇ ਵਿੱਚ ਤਾਂ ਜੋ ਕਿਉਂਕਿ ਬੇਸਿਕਲੀ ਅਬਲਟੀ ਗਏ, ਇਹ ਇੱਕ ਜਿਵੇਂ ਟ੍ਰੇਡ ਵਾਲਾ ਹਿਸਾਬ ਕੀਤਾ ਹੈ ਜੀ, ਜਿਵੇਂ ਵਪਾਰ ਕਰ ਰਿਹਾ ਤਾਂ ਉਹਦੇ ਵਿੱਚ ਆਪਾਂ ਇਹਨੂੰ ਕਰ ਕਿਹੜੀ ਚੀਜ਼ ਵਿੱਚ ਅੱਗੇ ਉਸ ਪਰਟੀਕੂਲਰ ਐਂਡ ਕਿਹਨੂੰ ਫਾਇਦਾ ਹੋਣਾ ਚਾਹੀਦਾ, ਉਹ ਫਾਇਦਾ ਜਿਹੜਾ ਹੋਣਾ ਹੈ ਉਹ ਇੱਕ ਥੋੜ੍ਹੇ ਕੰਸਰਨ ਬੰਦਿਆਂ ਨੂੰ ਹੁੰਦਾ, ਬਲਕਿ ਕਰੋੜਾਂ ਲੋਕਾਂ ਦਾ ਜੋ ਇੰਟਰਸਟ ਨੇ ਉਹ ਸੈਕਰੀਫਾਈਸ ਕਰਕੇ ਉਧਰ। ਅਤੇ ਮੈਂ ਤਾਂ ਆਪਣੇ ਇੱਥੇ ਤੱਕ ਰੱਖਣਾ। ਬਾਕੀ ਕੋਈ ਸਰਕਾਰਾਂ ਦੇ ਬੜੇ ਚਾਰਜ ਫਿਰ ਡਿਫੈਂਸ ਹੈ ਤੋਂ ਜੀ ਇੰਟਰਨਲ ਲੋਕਾਂ ਨੂੰ ਬਾਹਰਲੇ ਕੰਟਰੀ ਰਿਲੇਸ਼ਨ ਹੁੰਦੇ ਨੇ, ਉਹਨਾਂ ਬਾਰੇ ਤਾਂ ਖਰੋ ਸਰਕਾਰਾਂ ਜਾਣਦੀਆਂ ਨੇ ਕਿਸ ਤਰ੍ਹਾਂ ਕਰਨਾ ਹੈ ਜੀ। ਉਹ ਆਪਣਾ ਇੰਟਰਸਟ ਆਪਣਾ ਕੰਟਰੀ ਦੇ ਅੱਗੇ ਰੱਖਿਆ ਹੀ ਜਾਂਦਾ ਉਹਦਾ ਸਾਰਾ। ਵਾਕਈ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ ਮੋਦੀ ਸਾਹਿਬ ਹੁਣਾਂ ਦੀ, ਅਤੇ ਬੀਜੇਪੀ ਦੀ ਨਾਲ ਗੱਲ ਆਉਂਦੀ ਹੈ। ਜਦੋਂ ਇਹ ਸੰਘ ਸੀ ਬੀਜੇਪੀ ਬਣਨ ਤੋਂ ਪਹਿਲਾਂ, ਅਤੇ ਇਹਨਾਂ ਨੇ ਇਹ ਉਹੀ ਸਰਕਾਰ ਹੈ ਜਿਨ੍ਹਾਂ ਨੇ ਐਮਰਜੈਂਸੀ ਦਾ ਬੜਾ ਵਿਰੋਧ ਕੀਤਾ ਸੀਗਾ। ਜਦੋਂ ਅਨਕੌਂਸਟੀਟਿਊਸ਼ਨ ਤਰੀਕੇ ਦੇ ਨਾਲ ਪੰਜਾਬ ਦੇ ਉੱਤੇ ਜਾਂ ਭਾਰਤ ਦੇ ਉੱਤੇ ਐਮਰਜੈਂਸੀ ਲੱਗਦੀ ਹੈ, ਅਤੇ ਇਹਨਾਂ ਨੇ ਬੜਾ ਖੁੱਲ੍ਹ ਕੇ ਵਿਰੋਧ ਕੀਤਾ ਸੀ, ਅਤੇ ਲੱਗਦਾ ਸੀ ਕਿ ਉਹ ਸਰਕਾਰ ਆਊਗੀ ਸ਼ਾਇਦ ਜਿਹੜੀ ਲੋਕਾਂ ਦੇ ਹਿੱਤਾਂ ਦੀ ਗੱਲ ਕਰੂਗੀ। ਹੌਲੀ ਹੌਲੀ ਬੀਜੇਪੀ ਬਣ ਗਈ, ਅਤੇ ਬੀਜੇਪੀ ਬਣਨ ਤੋਂ ਬਾਅਦ LK ਅਡਵਾਨੀ ਵਰਗੇ ਨੇਤਾ ਜਿਹੜੇ ਨੇ ਉਹ ਪਿੱਛੇ ਰਹਿ ਗਏ, ਔਰ ਮੋਦੀ ਸਾਹਿਬ ਵਰਗੇ ਸਾਡੇ ਕੋਲ ਅੱਗੇ ਆ ਗਏ। ਅਤੇ ਸਰਕਾਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਹੁਣ ਹਾਰਡ ਲਾਈਨਰ ਬਹੁਤ ਨੇ ਜਿਹੜੇ ਸਿਰਫ ਅਤੇ ਸਿਰਫ ਇੱਕ ਖਾਸ ਧਰਮ ਨੂੰ ਜ਼ਿਆਦਾ ਤੋਕੋ ਦੇ ਰਹੇ ਨੇ? ਇਹਦਾ ਕੋਈ ਪੋਲੀਟੀਕਲ ਗੱਲਾਂ ਨੇ, ਇਹ ਤਾਂ ਪੋਲੀਟੀਸ਼ੀਅਨ ਜਾਣਦੇ ਨੇ ਕੀ ਕਰਨਾ ਕੀ ਨਹੀਂ ਕਰਨਾ। ਅਸੀਂ ਤਾਂ ਇੱਕ ਸਟੇਟ ਸਿੱਧੇ ਸਾਧੇ ਆਪਣੇ ਕਿਸਾਨ ਫਾਰਮ 'ਚੋਂ ਇਸ ਤਰ੍ਹਾਂ ਆਏ ਹਾਂ, ਫੌਜੀ ਅਫਸਰ ਬਣ ਗਏ, ਫੌਜੀ ਇਸ ਪਾਸੇ ਪੁਲਿਸ ਆ ਗਏ, ਤਾਂ ਸਾਡਾ ਤਾਂ ਦਾਇਰਾ ਉਸ ਪਾਸੇ ਵਧਿਆ ਨਹੀਂ ਨਾ ਜ਼ਿਆਦਾ ਜੀ। ਅਤੇ ਉਹਨਾਂ ਦੇ ਬਾਰੇ ਉਹ ਜਾਣ ਲਿਆ, ਆਪਾਂ ਤਾਂ ਇਹਦੇ ਬਾਰੇ ਕੋਈ ਕਮੈਂਟ ਕਰ ਸਕਦੇ, ਮੇਰੇ ਕੋਲ ਤਾਂ ਕਮੈਂਟ ਦੇ ਬਾਰੇ ਨਹੀਂ ਹੈ ਕਿ ਕੋਈ। ਠੀਕ ਹੈ। ਅੱਛਾ, ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਲਾਅ ਐਂਡ ਆਰਡਰ ਨੂੰ ਲੈ ਕੇ ਉਹ ਬਿਲਕੁਲ ਠੀਕ ਨੇ? ਕਿਉਂਕਿ ਤੁਸੀਂ ਇਸ ਸਟਰੀਮ ਦੇ ਵਿੱਚ ਰਹਿ ਚੁੱਕੇ ਹੋ, ਬਹੁਤ ਲੰਮਾ ਐਕਸਪੀਰੀਅੰਸ ਆ ਤੁਹਾਡਾ। ਕਿਉਂਕਿ ਹਾਲਾਤ ਤਾਂ ਮੌਕੇ ਦੇ ਹਿਸਾਬ 'ਤੇ ਚੱਲਦੇ ਨੇ ਜੀ, ਮੌਕੇ ਦੇ ਹਿਸਾਬ ਦੇ ਹਾਲਾਤਾਂ ਹੁੰਦਾ ਨਾ ਜਿਹੜਾ ਕਿ। ਮੈਂ ਇੱਕ ਕਹਾਣੀ ਤੁਹਾਨੂੰ ਸੁਣਾਉਣਾ ਹੈ, ਇੱਕ ਗੱਲ ਤੁਹਾਨੂੰ ਸੁਣਾਉਣਾ ਮੈਂ ਤੁਹਾਨੂੰ, ਕਿ ਤਰਨਤਾਰਨ ਦੇ ਵਿੱਚ ਨਕਲੀ ਸ਼ਰਾਬ ਜਿਹੜੀ ਹੈ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਜਾਂਦੀ ਹੈ। ਸਾਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਉਹਦੇ ਪਿੱਛੇ ਹੈ ਕੌਣ, ਔਰ ਦੁਆਬਾ ਰੀਜਨ ਤੋਂ ਹੀ 30,000 ਲੀਟਰ ਜਿਹੜੀ ਸ਼ਰਾਬ ਹੈ ਉਹ ਫੜੀ ਜਾਂਦੀ ਹੈ। ਔਰ ਸਰਕਾਰਾਂ ਜਿਹੜੀਆਂ ਨੇ ਹੱਥ ਰੱਖ ਕੇ ਬੈਠੀਆਂ ਨੇ, ਜਾਂ ਇਹ ਕਹਿ ਲਓ ਕਿ ਲਾਅ ਐਂਡ ਆਰਡਰ ਜਿਹੜਾ ਐਡਮਿਨਿਸਟ੍ਰੇਟਿਵ ਦੇਖ ਰਹੇ ਨੇ, ਉਹ ਵੀ ਬਸ ਹੱਥ ਰੱਖ ਬੈਠੇ ਨੇ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦਾ ਨਿਪਟਾਰਾ ਜਲਦੀ ਹੋਣਾ ਚਾਹੀਦਾ? ਇਹ ਤਾਂ ਉਹਨਾਂ ਤੋਂ ਪੁੱਛੋ ਨਾ, ਜਿੰਨਾ ਕਰਨਾ। ਮੈਂ ਤਾਂ ਬੈਠਾ ਰਿਟਾਇਰ ਹੋ ਗਿਆ। ਮੇਰਾ ਸਵਾਲ ਉਹੀ ਹੈ ਕਿ ਜੇ ਤੁਸੀਂ ਇਸ ਜਗ੍ਹਾ 'ਤੇ ਹੁੰਦੇ ਤਾਂ ਤੁਸੀਂ ਕਿਸ ਚੀਜ਼ ਤਰੀਕੇ ਨਾਲ ਇਹਨੂੰ ਹੈਂਡਲ ਕਰਦੇ? ਦੇਖੋ ਜੀ, ਮੈਂ ਉਦੋਂ ਵੇਖਦੇ ਵੀ ਬੈਕਗਰਾਊਂਡ ਕੀ ਸੀ, ਸਾਰਾ ਕੀ ਸੀ, ਉਹ ਤਰੀਕਾ ਆਪਣਾ ਵਰਤ ਲੈਂਦੇ।
ਤੇ ਪਰ ਹੁਣ ਹੋ ਸਕਦਾ ਵੀ ਮੈਂ ਹੁੰਦਾ ਜੀ ਇੱਥੋਂ ਤੱਕ ਜੇ ਪਹਿਲਾਂ ਇਨਫੋਰਮੇਸ਼ਨ ਲੈ ਕੇ ਵੀ ਕਿੱਥੇ ਕਿਤੇ ਹੋ ਰਿਹਾ, ਮੈਂ ਇੱਥੋਂ ਤੱਕ ਨੌਬਤ ਪਹੁੰਚਣ ਹੀ ਨਾ ਦਿੰਦਾ ਜੀ। ਅੱਛਾ, ਮੌਜੂਦਾ ਡੀਜੀਪੀ ਜਿਹੜੇ ਨੇ ਦਿਨਕਰ ਗੁਪਤਾ ਹੋਣੀ, ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਇੰਨੇ ਐਕਟਿਵ ਤਰੀਕੇ ਨਾਲ ਕੰਮ ਨਹੀਂ ਕਰਦੇ, ਤੁਹਾਨੂੰ ਵੀ ਇਹ ਲੱਗਦਾ? ਪਤਾ ਨਹੀਂ ਮੈਂ ਤਾਂ ਕਿਉਂਕਿ ਮੈਨੂੰ ਆਊਟ ਟੱਚ ਨੇਚਰ ਦਾ ਹੋਇਆ ਪਿਆ, ਤੇ ਮੈਂ ਤਾਂ ਬਹੁਤਾ ਇੰਟਰਸਟ ਵੀ ਨਹੀਂ ਲੈਂਦਾ ਵੀ ਕੌਣ ਕੀ ਕਰਦਾ ਕੀ ਨਹੀਂ ਕਰਦਾ। ਮਤਲਬ ਤੁਹਾਨੂੰ ਇੰਨਾ ਇੰਟਰਸਟ ਨਹੀਂ ਹੈ ਕਿ ਇਹ ਕੀ ਕਰ ਰਹੇ ਨੇ? ਨਹੀਂ, ਜਿਹੜਾ ਕੰਮ ਕਰਦਾ ਉਹ ਆਪਣੇ ਤੌਰ 'ਤੇ ਜੋ ਕਰਦੇ ਨੇ ਉਹ ਜੋ ਸਮਝਦੇ ਨੇ ਸਹੀ ਕਰਦੇ ਨੇ ਆਪਣੇ ਤੌਰ 'ਤੇ, ਆਪਾਂ ਨੂੰ ਕੀ ਪਤਾ ਹੁਣ ਕੀ। ਜੀ। ਅੱਛਾ, ਜਦੋਂ ਸ਼ੁਰੂਆਤ ਹੁੰਦੀ ਹੈ, ਤੁਸੀਂ ਪੰਜਾਬ ਪੁਲਿਸ ਦੇ ਵਿੱਚ ਰਹੇ ਹੋ, ਫਿਰ ਬਹੁਤ ਬੜੇ ਸਟੈਪ ਜਿਹੜੇ ਅੱਗੇ ਵੱਧ ਕੇ ਤੁਸੀਂ ਡੀਜੀਪੀ ਤੱਕ ਪਹੁੰਚੇ ਹੋ। ਪੰਜਾਬ ਪੁਲਿਸ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਜਿਹੜਾ ਬਿਹੇਵੀਅਰ ਹੈ, ਕੋਡ ਆਫ ਕੰਡਕਟ ਹੈ ਜਿਹੜੀ ਆਮ ਪਬਲਿਕ ਨਾਲ, ਉਹ ਚੰਗਾ ਨਹੀਂ ਹੈਗਾ, ਉਹ ਸਹੀ ਤਰੀਕੇ ਨਾਲ ਨਹੀਂ ਹੈਗਾ। ਤੁਹਾਨੂੰ ਲੱਗਦਾ ਹੈ ਕਿ ਇਦਾਂ ਦਾ ਕੁਝ ਹੈ? ਤੁਸੀਂ ਕੋਈ ਮਿਸਾਲ ਦਿਓ ਕਿਸ ਤਰ੍ਹਾਂ ਕਰਕੇ। ਮੈਂ ਮਿਸਾਲ ਦਿੰਦਾ ਤੁਹਾਨੂੰ ਕਿ ਕਿਹਾ ਜਾਂਦਾ ਹੈ ਕਿ ਸਾਡੀ ਗੱਡੀ ਰੋਕੀ ਜਾਂਦੀ ਆ, ਪਹਿਲਾਂ ਤਾਂ ਸਾਡੇ ਨਾਲ ਬੜੀ ਬਦਤਮੀਜ਼ੀ ਦੇ ਨਾਲ ਬੋਲਿਆ ਜਾਂਦਾ, ਓਏ ਗੱਡੀ 'ਚੋਂ ਬਾਹਰ ਆ ਜਾ। ਜਦ ਕਿ ਅਸੀਂ ਦੂਸਰੇ ਮੁਲਕਾਂ ਦੀ ਗੱਲ ਕਰੀਏ, ਉੱਥੇ ਉਹ ਕਹਿੰਦੇ ਸਰ ਪਲੀਜ਼ ਤੁਸੀਂ ਸਾਈਡ 'ਤੇ ਆ ਜਾਓ, ਔਰ ਉਹ ਕਹਿੰਦੇ ਕਿ ਸਾਡੇ 'ਤੇ ਹਲੇ ਕੋਈ ਕ੍ਰਿਮੀਨਲ ਚਾਰਜ ਵੀ ਨਹੀਂ ਹੋਇਆ ਹੁੰਦਾ, ਸਾਨੂੰ ਇੱਦਾਂ ਟਰੀਟ ਕੀਤਾ ਜਾਂਦਾ ਕਿ ਸਾਡੇ 'ਤੇ ਚਾਰਜ ਹੈ। ਔਰ ਬੰਦਾ ਦੇਖ ਕੇ ਕਹਿੰਦੇ ਉਹ ਆਪਣਾ ਜਿਹੜਾ ਸਟੈਂਡ ਹੈ ਉਹ ਬਦਲ ਦਿੰਦੇ ਆ। ਜੇ ਤਾਂ ਕੋਈ ਵੱਡੀ ਗੱਡੀ 'ਚ ਆ ਤਾਂ ਉਹਦੇ ਨਾਲ ਵੱਖਰਾ ਸਲੂਕ ਹੈ, ਔਰ ਜੇ ਉਹ ਤੋਂ ਸਾਈਕਲ 'ਤੇ ਆ ਤਾਂ ਉਹਦੇ ਨਾਲ ਵੱਖਰਾ ਸਲੂਕ ਹੈ, ਔਰ ਉਸ ਤੋਂ ਇਲਾਵਾ ਜੇ ਮੋਟਰਸਾਈਕਲ ਸਕੂਟਰ ਦੀ ਗੱਲ ਕਰੀਏ ਉਹਦੇ ਨਾਲ ਵੱਖਰਾ ਸਲੂਕ ਹੈ। ਇੱਦਾਂ ਦਾ ਕੁਛ ਦੇਖੋ ਜੀ, ਮੈਂ ਤਾਂ ਜਿਵੇਂ ਆਪਣੀ ਪ੍ਰਾਈਵੇਟ ਕਾਰ 'ਚ ਵੀ ਜਾਣਾ ਐਜ਼ ਏ ਪ੍ਰਾਈਵੇਟ ਮੈਨ, ਮੇਰੇ ਨਾਲ ਤਾਂ ਕਦੀ ਇਸ ਤਰ੍ਹਾਂ ਦਾ ਸਲੂਕ ਨਹੀਂ ਹੋਇਆ। ਤੁਸੀਂ ਤਾਂ ਆਪਣੇ ਹੁਣ ਲਸ਼ਕਰ ਤਾਮ ਨਾਲ ਜਾਂਦੇ ਹੋਣੇ, ਔਰ ਤੁਹਾਡੀ ਪੱਟੀ ਲੱਗੀ ਹੋਈ। ਨਹੀਂ, ਨਵੇਂ ਮੁੰਡਿਆਂ ਨੂੰ ਕੀ ਪਤਾ ਵੀ ਇਹ ਕੌਣ ਹੈ ਕੌਣ ਨਹੀਂ। ਜੀ, ਪਲੇਨ ਕੋਲ 'ਚ ਬੈਠਾ, ਮੇਰੇ ਨਾਲ ਮੁੰਡੇ ਵੀ ਜਾਂਦੇ ਨੇ, ਵੀ ਪਲੇਨ ਕੋਲ 'ਚ ਹੁੰਦੇ ਨੇ, ਜਾਂਦੇ ਹਾਂ ਅਸੀਂ ਆਰਡਰ ਤੌਰ 'ਤੇ ਜਾਂਦੇ ਹੁੰਦੇ ਹਾਂ। ਪਰ ਗੱਲ ਤਾਂ ਇਹ ਨਾ ਵੀ ਕਈ ਵਾਰ ਆਪਾਂ ਵੇਖੇ ਬਹੁਤ ਹੀ ਕਈ ਵਾਰ ਵੇਖਿਆ ਸਲੂਕ ਜਿਹੜਾ ਨਾ ਜਿਹਨਾਂ ਨੂੰ ਕਦੇ ਰੋਕਿਆ ਜਾਏ, ਉਹਨਾਂ ਦਾ ਸਲੂਕ ਇੰਨਾ ਮਾੜਾ ਹੁੰਦਾ ਹੈ ਨਾ ਜੀ, ਵੀ ਸਾਨੂੰ ਰੋਕਿਆ ਤੂੰ ਕੌਣ ਰੋਕਣ ਵਾਲਾ। ਕਮ ਸੇ ਕਮ ਇੱਕ ਜਿਹੜਾ ਬੰਦਾ ਆਥੋਰਾਈਜ਼ਡ ਹੈ, ਚੈਕਿੰਗ ਹੁੰਦੀ ਹੈ, ਉਹਨੂੰ ਰੋਕਦਾ ਹੈ ਜੀ, ਰੁਕ ਜਾ, ਉਹ ਮੰਗੇ ਕੋਈ ਵੀ ਆਪਣੇ ਪੇਪਰ ਵਿਖਾਉਣੇ ਚਾਹੀਦੇ ਨੇ। ਬਹੁਤਾ ਤਾਂ ਮੈਂ ਸਮਝਣਾ ਵੀ ਸਮਝਣਾ ਤੁਹਾਨੂੰ ਦੱਸਣਾ, ਮੈਂ ਤੁਹਾਨੂੰ ਦੱਸਣਾ ਇੱਕ ਆਪਣੀ ਮਿਸਾਲ ਦੱਸਣਾ। ਮੈਂ SSP ਰੋਪੜ ਸਾਂ ਜੀ, ਉੱਥੇ ਚੈਕਿੰਗ ਲਾਈ ਸੀ, ਅਤੇ ਉੱਥੇ ਇੱਕ ਮੇਜਰ ਸਾਹਿਬ ਬੈਠੇ ਸਨ ਵਿੱਚ ਪਲੇਨ ਕੋਲ ਦੇ ਵਿੱਚ, ਕਾਰ ਦੇ ਵਿੱਚ ਜੀ, ਕਾਰ ਰੋਕੀ, ਮੇਰਾ SHO ਖਰੜ, ਉਹਨੇ ਬਾਹਰ ਵੇਖਿਆ, ਜਦੋਂ ਮੈਂ ਆਇਆ ਤਾਂ ਯੂਨੀਫਾਰਮ SHO ਜੀ, ਅਤੇ ਇਹ ਜਦੋਂ ਗਿਆ so aggressive with the SHO, why did you stop us? You see, I've told him, Major, nobody stopped me. ਮੈਂ ਕਿਹਾ ਮੈਂ ਕੋਲ ਰਹੂੰ, ਮੈਂ ਜਦੋਂ ਨਾਕੇ ਲੱਗੇ ਹੁੰਦੇ ਨੇ ਉੱਥੇ ਚੈੱਕ ਕਰੀਦਾ ਹਰ ਇੱਕ ਨੂੰ, ਚੈੱਕ ਪੁੱਛੀ ਤਾਂ ਉਹ ਅਗਰੈਸਿਵ ਦਾ ਤੂੰ ਯੂ ਟੈਲ ਮੀ ਤੂੰ ਆਪਣਾ ਹਾਊ ਡੂ ਯੂ ਨੋ ਇਟ ਇਜ਼ ਨਾਟ ਰਿਟਨ ਔਨ ਯੂਰ ਫੇਸ ਯੂਰ ਮੇਜਰ, ਤੁਸੀਂ ਆਪਣਾ ਆਇਡੈਂਟੀ ਕਾਰਡ ਵਿਖਾ ਦਿਓ, ਮੈਂ ਇਸ ਤਰ੍ਹਾਂ ਕਰਕੇ ਪੋਲਾਈਟਲੀ ਤੁਸੀਂ ਬਾਹਰ ਆ। ਪਰ ਇਸ ਤਰ੍ਹਾਂ ਇਹ ਗੱਲੇ ਅਗਰੈਸਿਵਨੈਸ ਬੜੀ ਲੋਕਾਂ 'ਚ ਆ ਜਾਂਦੀ ਹੈ। ਮੈਂ ਤੁਹਾਨੂੰ ਦੱਸਿਆ ਤਾਂ ਮੈਂ ਵੀ ਖਿਆਲ ਬਹੁਤ ਅਗਰੈਸਿਵ ਹੁੰਦੇ, ਹੂ ਆਰ ਯੂ ਟੂ ਸਟਾਪ ਅਸ, ਕੌਣ ਕੀ ਕਰਨਾ ਤੁਸੀਂ, ਕਿਉਂਕਿ ਪੁਲਿਸ ਦੀ ਭਰਤੀ ਪਈ ਉਹ ਜ਼ਾਹਰੀ ਤੌਰ 'ਤੇ ਦੱਸਦੇ ਨੇ ਜੀ, ਇਹ ਨਹੀਂ ਮੈਂ ਡਿਫੈਂਡ ਕਰ ਰਿਹਾ, ਬਿਹੇਵੀਅਰ ਮਿਸਬਿਹੇਵ ਵੀ ਹੁੰਦਾ ਵਿੱਚ, ਆਈ ਡੋਂਟ ਡਿਫੈਂਡ ਦੈਟ। ਉਹ ਜਿਹੜਾ ਹੁੰਦਾ ਹੈ ਉਹ ਜਦੋਂ ਨੋਟਿਸ ਆਉਂਦਾ ਤਾਂ ਸੀਨੀਅਰ ਅਫਸਰਾਂ ਨੂੰ ਉਹਨਾਂ ਦੇ ਐਕਸ਼ਨ ਲਿਆ ਜਾਂਦਾ ਇਸੇ ਗੱਲ। ਅਤੇ ਪਬਲਿਕ ਜੋ ਕਿਉਂਕਿ ਮੀਡੀਆ ਜਿਹੜੇ ਹਰ ਇੱਕ ਪੁਲਿਸ ਦਾ ਹਰ ਇੱਕ ਦੁਸ਼ਮਣ ਹੈ ਜੀ, ਹਰ ਇੱਕ ਦੁਸ਼ਮਣ ਹੈ। ਪੁਲਿਸ ਨੇ ਡਰਟੀ ਕੰਮ ਜਿਹੜਾ ਕਰਨਾ, ਬਦਮਾਸ਼ਾਂ ਨੂੰ ਫੜਨਾ, ਦੂਜਿਆਂ ਨੂੰ ਫੜਨਾ ਹੈ, ਉਦੋਂ ਪੁਲਿਸ ਅਕਿਊਜ਼ ਬਣ ਜਾਂਦੀ ਹੈ, ਅਤੇ ਉਹ ਬਣ ਜਾਂਦੇ ਨੇ ਵੀ ਉਹ ਪੁਲਿਸ ਬਣ ਜਾਂਦੇ ਨੇ, ਅਕਿਊਜ਼ ਬਣ ਜਾਂਦੇ ਨੇ, ਅਤੇ ਉਹ ਬਣ ਜਾਂਦੇ ਵੇਖੋ ਜੀ ਉਹਦੇ ਵਿਕਟਮ ਨੇ, ਪੁਲਿਸ ਨੂੰ ਖਿੱਚੀ ਜਾ ਰਹੀ ਜਿਹੜੇ ਫੜੀ। ਇਸ ਕਰਕੇ ਨਾ ਜਿਹੜੀ ਜਨਰਲ ਇੱਕ ਐਟੀਟਿਊਡ ਹੈ ਅਗੇਂਸਟ ਪੁਲਿਸ, ਇਹ ਥੋੜ੍ਹਾ ਆਪਣੇ ਲੋਕਾਂ ਨੂੰ ਪਰਵੇਗਾ ਬਦਲਣਾ ਪਏਗਾ। ਅੱਛਾ ਭੁੱਲਰ ਸਾਹਿਬ, ਤੁਸੀਂ ਕਹਿੰਦੇ ਹੋ ਹੁਣ ਤਾਂ ਮੈਂ ਇੱਕ ਮਿਸਾਲ ਦੇਣਾ ਤੁਹਾਨੂੰ। ਹੁਣ ਇੱਕ ਆਪਣਾ ਵੈਨਕੂਵਰ ਦੇ ਵਿੱਚ ਜੀ, ਜਿਹੜਾ ਉਹਦੇ ਪ੍ਰੀਮੀਅਰ, ਉਹ ਆਪਣੀ ਕਾਰ 'ਚ ਆ ਰਿਹਾ ਸੀ ਉੱਥੋਂ, ਏਅਰ ਟੇਕਨ ਡਰਿੰਕ, ਉਹ ਬੰਦਾ ਨਾ ਖੱਬੇ ਸੱਜੇ ਡੋਲੇ ਕਰਕੇ ਟ੍ਰੈਫਿਕ ਕਾਂਸਟੇਬਲ ਹੀ ਬਸ ਚੇਸਿੰਗ ਜੀ, ਅਤੇ ਉਹਨੇ ਲਾਈਟ ਦਿੱਤੀ, ਸਾਡੇ ਤਰ੍ਹਾਂ ਭਜਾਉਣਾ ਨਹੀਂ, ਉਹਨੇ ਹੀ ਟੁੱਕ ਇਟ ਆਫ ਦੀ ਰੋਡ, ਅਤੇ ਇੱਕ ਨਾਲ ਕਾਂਸਟੇਬਲ ਹੋਰ ਆ ਗਿਆ ਟ੍ਰੈਫਿਕ, ਸੋ ਸ਼ੋ ਯੂਰ ਪੇਪਰਸ, ਆਈ the premier, yes sir we know your premier, show your papers, ਇੱਕ ਨੇ ਬੋਲ blow your breath, ਉਹਨੇ ਕੀਤਾ ਬ੍ਰੈਥ ਕੀਤਾ, they were drunk 9.5 ਪਰ drunkenness 0.5 ਤੱਕ ਤਾਂ ਉੱਥੇ ਪਰਮਿਟਡ ਹੈ ਜੀ, they were drunk sir, if you kill yourself it's great national loss, if you kill somebody else again national loss, you will have to complain to the police station। ਉਹਨੂੰ ਪੁਲਿਸ ਸਟੇਸ਼ਨ ਲੈ ਗਏ, ਇੱਕ ਚੀਫ ਮਿਨਿਸਟਰ ਨੂੰ ਉੱਥੇ ਲੈ ਗਏ,
ਤੇ ਉੱਥੇ ਡਾਕਟਰ ਸੀ ਯੂ ਟੂ ਸਟੇ ਇਨ ਦੀ ਪੁਲਿਸ ਸਟੇਸ਼ਨ। ਰਾਤ ਰੱਖਿਆ, ਦਿਨੇ ਫਿਰ ਨਹੀਂ ਛੱਡਿਆ, ਫਿਰ ਰਾਤ ਫਿਰ ਰੱਖਿਆ। ਨੈਕਸਟ ਮਾਰਨਿੰਗ ਡਾਕਟਰ ਚੱਕਦਾ ਨੋ ਯੂਰ ਫਿਟ ਟੂ ਡਰਾਈਵ ਜੀ। Now, can you imagine? Then he publicly made the statement ਕਿ ਹਾਂ ਜੀ ਇਹ ਵੇਖੋ ਜੀ ਮੈਂ ਵਾਸ ਰੋਂਗ ਦੇ ਵਰ ਰਾਈਟ। ਹੁਣ ਇੱਥੇ ਤੁਸੀਂ ਕਰਕੇ ਵੇਖ ਲਓ। ਨਹੀਂ ਪਰ ਨਹੀਂ ਆ ਕਰ ਸਕਦੇ ਐਟਲੀਸਟ ਪਹਿਲਾਂ ਉਹਨਾਂ ਨੂੰ ਲੋਕਾਂ ਨੂੰ ਇਹ ਰੈਸਿਪਰੋਕਲ ਹੈ। ਜਿਹੜਾ ਪੁਲਿਸ ਨੂੰ ਬਲੇਮ ਕਰੀ ਜਾਣਾ ਯਾਰ ਇਹ ਤਾਂ ਜਿਸ ਸਮਥਿੰਗ ਯੂਨਿਟ ਬਸ ਮੈਂ ਨਹੀਂ ਹੁਣ ਮੈਂ ਜੋ ਬਾਹਰ ਹਾਂ ਮੈਂ ਇਹ ਨਹੀਂ ਦੈਨ ਆਈ ਵਾਸ ਇਨ ਸਰਵਿਸ ਮਿਸਬੀਹੇਵ ਆਈ ਨੈਵਰ ਟੋਲਰੇਟਡ ਮਿਸਬੀਹੇਵੀਅਰ। ਇਹ ਗੱਲ ਜਿਹੜੀ ਨਾ ਇਹ ਚੀਜ਼ ਜਿਹੜੀ ਨਾ ਹੁੰਦੀ ਐਡੀ ਗੱਲ ਨਹੀਂ ਮੈਂ ਨਹੀਂ ਬੋਲਦਾ। ਹਰ ਇੱਕ ਪਾਸੇ ਹੁੰਦੇ ਨੇ ਬੰਦੇ। ਇਹਨਾਂ ਵਿੱਚੋਂ ਤੁਹਾਡੇ ਵਿੱਚੋਂ ਹੀ ਤਾਂ ਆਪਣੇ ਬਣੇ ਨੇ, ਦੂਜੇ ਪੁਲਿਸ ਵਾਲੇ ਬਣੇ ਨੇ ਜੀ। ਉਹਨਾਂ ਵਿੱਚੋਂ ਦੇ ਆਰ ਸੇਮ ਸਟਾਕ ਓਕੇ ਤੁਸੀਂ ਜਿੱਦਾਂ ਕਿਹਾ ਦੇ ਆਰ ਸੇਮ ਸਟਾਕ, ਪਰ ਡਰ ਬਹੁਤ ਹੈ। ਜਿੱਦਾਂ ਤੁਸੀਂ ਹੁਣ ਵੈਨਕੂਵਰ ਦੀ ਗੱਲ ਕਰ ਰਹੇ ਹੋ, ਅਮਰੀਕਾ ਦੀ ਗੱਲ ਕਰ ਲਈਏ, ਕਿਸੇ ਹੋਰ ਜਿਹੜਾ ਵਿਕਸਿਤ ਮੁਲਕ ਹੈ ਉਹਦੀ ਗੱਲ ਕਰ ਲਈਏ, ਇੱਥੇ ਨਾ ਪੁਲਿਸ ਨੂੰ ਲੈ ਕੇ ਡਰ ਬਹੁਤ ਹੈ। ਤੁਹਾਡੀ ਗੱਡੀ ਜਿਹੜੀ ਹੈ ਇਹ ਮੇਰੇ ਨਾਲ ਵੀ ਖਾਸਾ ਹੋ ਚੁੱਕਾ। ਤੁਹਾਡੀ ਗੱਡੀ ਜੇ ਖਰਾਬ ਹੋ ਜਾਵੇ ਨਾ ਰਾਤ ਨੂੰ ਤਾਂ ਪੁਲਿਸ ਵਾਲੇ ਤੁਹਾਨੂੰ ਹੈਲਪ ਕਰਨ ਦੀ ਬਜਾਏ ਨਾ ਉਹ ਤੁਹਾਡੇ ਤੇ ਇੱਕ ਚਲੋ ਇੱਕ ਤਰੀਕੇ ਨਾਲ ਹੁੰਦਾ ਕਿ ਤੁਸੀਂ ਜਿਵੇਂ ਕਿਹਾ ਕਿ ਪੁਲਿਸ ਦੇ ਲਈ ਹਰ ਕੋਈ ਚੋਰ ਹੈ, ਉਹ ਪਹਿਲਾਂ ਉਹਦੀ ਕਲੀਅਰ ਕਰ ਲੈਣ, ਉਸ ਤੋਂ ਬਾਅਦ ਉਹ ਹੈਲਪ ਕਦੇ ਨਹੀਂ ਕਰਨ ਲਈ ਆਉਂਦੇ, ਕਦੇ ਵੀ ਨਹੀਂ ਹੈਲਪ ਕਰਨ ਲਈ ਆਉਂਦੇ। ਇਹ ਮੇਰੀ ਜਿਹੜੀ ਇੱਕ ਬਹੁਤ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਹੈ ਔਰ ਮੈਨੂੰ ਲੱਗਦਾ ਕਿ ਬਾਕੀ ਸਾਰਿਆਂ ਦਾ ਵੀ ਬਹੁਤ ਐਕਸਪੀਰੀਅੰਸ ਹੈ ਕਿ ਇੱਕ ਤਰੀਕੇ ਨਾਲ ਡਰ ਬਹੁਤ ਹੈ ਪੁਲਿਸ ਨੂੰ ਲੈ ਕੇ। ਇਹ ਨਹੀਂ ਲੱਗਦਾ ਕਿ ਉਹ ਸਾਨੂੰ ਸਰਵ ਕਰਨ ਆਏ ਨੇ। ਇਹ ਕਿਉਂ ਹੈ? ਪਤਾ ਨਹੀਂ ਤੁਹਾਡੇ ਨਾਲ ਹੈਲਪ ਕਿਸ ਤਰ੍ਹਾਂ ਦੀ ਚਾਹੁੰਦੇ ਜੀ। ਐਕਚੁਅਲੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੁਹਾਡੇ ਰੋਡ ਦੇ ਉੱਤੇ ਤੁਹਾਡਾ ਕੋਈ ਗੱਡੀ ਖਰਾਬ ਹੁੰਦੀ ਹੈ ਅਤੇ ਬਾਹਰਲੇ ਮੁਲਕਾਂ ਦੀ ਤੁਸੀਂ ਮੈਨੂੰ ਗੱਲ ਸੁਣਾਈ ਹੈ ਔਰ ਬਾਹਰਲੇ ਮੁਲਕਾਂ 'ਚ ਇੱਦਾਂ ਹੁੰਦਾ ਅਕਸਰ ਉਹ ਪੁੱਛਦੇ ਕਿ ਸਰ ਕੋਈ ਪ੍ਰੋਬਲਮ ਹੈ, ਕਿਉਂ ਤੁਸੀਂ ਜਿਹੜਾ ਸਾਈਡ 'ਤੇ ਲਾ ਕੇ ਬੈਠੇ ਹੋ, ਪਰ ਇੱਥੇ ਤੁਹਾਨੂੰ ਇੱਦਾਂ ਦਾ ਟ੍ਰੀਟਮੈਂਟ ਨਹੀਂ ਮਿਲਦਾ। ਚਲੋ ਉਹ ਗੱਲ ਵੱਖਰੀ ਕਿ ਸ਼ਾਇਦ ਸਾਡੇ ਕੋਲ ਉਨੀਆਂ ਫੈਸਿਲਿਟੀਜ਼ ਨਹੀਂ ਹੈਗੀਆਂ। ਫਿਰ ਦੂਸਰਾ ਪ੍ਰੋਬਲਮ ਇਹ ਹੁੰਦੀ ਹੈ ਕਿ ਇੱਥੇ ਲੋਕਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ ਪੁਲਿਸ ਨੂੰ ਲੈ ਕੇ ਡਰ ਬਹੁਤ ਹੈ। ਉਹਨਾਂ ਦੇ ਵਿੱਚ ਇਹ ਨਹੀਂ ਹੈ ਕਿ ਇਹ ਸਾਡੀ ਹੈਲਪ ਦੇ ਲਈ ਹੈ, ਇਹ ਸਾਡੀ ਸੇਵਾ ਦੇ ਲਈ ਹੈ। ਇੱਦਾਂ ਦਾ ਐਟੀਟਿਊਡ ਕਿਉਂ ਹੈ ਲੋਕਾਂ ਦੇ ਵਿੱਚ, ਕਿਉਂ ਹੈ? ਜਾਂ ਫਿਰ ਇੱਦਾਂ ਦੀ ਜਿਹੜੀ ਭਾਵਨਾ ਹੈ ਪੁਲਿਸ ਕਿਉਂ ਨਹੀਂ ਤੋੜ ਸਕਦੀ? ਪੰਜਾਬ ਪੁਲਿਸ ਦੀ ਗੱਲ ਕਰ ਲਈਏ ਚਾਹੇ ਕਿਸੇ ਵੀ ਪੁਲਿਸ ਦੀ ਗੱਲ ਕਰ ਲਈਏ। ਮੈਨੂੰ ਤਾਂ ਇਹਨਾਂ ਗੱਲ ਪਤਾ ਨਹੀਂ। ਹੁਣ ਤੁਸੀਂ ਜਿਹੜੇ ਦੱਸ ਰਹੇ ਗੱਲ ਜਿਹੜੀ ਅਤੇ ਇਹ ਮੈਂ ਤੁਹਾਨੂੰ ਵੈਸੇ ਰੈਸੀਪਰੋਕਲ ਹੈ ਸਾਰਾ ਕੰਮ ਜੀ। ਹਾਂਜੀ ਉੱਧਰੋਂ ਵੀ ਆਫਿਸ ਜਿਹਨੂੰ ਰਿਸਪੈਕਟ ਆਫ ਲਾ ਹੋਵੇਗੀ ਨਾ, ਜੇ ਪਬਲਿਕ ਨੂੰ ਹੋਵੇਗੀ ਲਾ ਰਿਸਪੈਕਟ ਆਫ ਲਾ, ਅਤੇ ਉਹ ਇੱਕ ਲਾ ਦੇ ਸਿੰਬਲ ਖਲੋਤੇ ਹੁੰਦੇ ਨੇ ਜੀ। ਸਿੰਬਲ ਲਾ ਦੇ ਰਿਸਪੈਕਟ ਆਫ ਲਾ ਵੀ ਤਾਂ ਹੁੰਦੀ ਹੈ ਇੱਕ ਬਿਲਕੁਲ ਹੈ। ਅਤੇ ਜੇ ਰਿਸਪੈਕਟ ਆਫ ਲਾ ਹੋਵੇ ਬਿਲ ਵੀ ਹਾਂ ਜੀ ਕੀ ਗੱਲ ਦੱਸੋਗੇ, ਗੱਲ ਤਾਂ ਨਹੀਂ ਰੋਕਣ ਦੀ ਗੱਡੀ ਕੀ ਗੱਲ ਹੈ ਅਸਰਾ ਕਰਕੇ ਆਹ ਸਾਡਾ ਉੱਥੇ ਤਾਂ ਨਹੀਂ ਗੱਲ ਪੈਣਗੇ। ਅਤੇ ਜੇ ਅੱਗੋਂ ਹੀ ਪੈਣਾ ਪਾਮ ਕਹਿੰਦੇ ਤੂੰ ਕੌਣ ਨਹੀਂ ਰੋਕਣ ਵਾਲਾ, ਗੱਡੀ ਖਰਾਬ ਹੋ ਗਈ ਵੱਖਰੀ ਗੱਲ ਹੈ। ਉਹਨਾਂ ਕੋਲ ਸਹੂਲਤ ਨਹੀਂ ਹੈਗੀ ਜੀ ਸਹੂਲਤ ਨਹੀਂ ਹੈਗੀ। ਉਹ ਜੇ ਉਹਨਾਂ ਕੋਲ ਨਾਲ ਉਹ ਪੈਟਰੋਲ ਲੈ ਕੇ ਚੱਲਦੇ ਨੇ, ਸਭ ਕੁਝ ਲੈ ਕੇ ਚੱਲਦੇ ਨੇ ਔਰ ਉਹ ਪੈਟਰੋਲ ਦੇ ਸ਼ਾਰਟੇਜ ਹੁੰਦੀ ਹੈ ਪਾ ਦੇ ਵਿੱਚ ਲੈ ਲਓ ਅਤੇ ਨਾਲ ਉਹ ਟਿਕਟ ਲਾਉਂਦੇ ਨੇ ਜੀ ਵੀ ਤੁਸੀਂ ਪਹਿਲਾਂ ਆਪਣੀ ਗੱਡੀ ਚੈੱਕ ਕਰਕੇ ਕਿਉਂ ਨਹੀਂ ਜਾਂਦੇ। ਉਹ ਟਿਕਟ ਉਹਨਾਂ ਲਾਉਣੀ ਲਾਉਣੀ ਜੁਰਮਾਨਾ ਕਰਨਾ ਹੀ ਕਰਨਾ ਅਤੇ ਦੂਜੇ ਨਾਲ ਉਹਨੂੰ ਹੈਲਪ ਕਰਦੇ ਉਹਦਾ ਪੈਸੇ ਲੈ ਲੈਂਦੇ ਵੀ ਇੰਨਾ ਕਾਸਟ ਹੈ। ਠੀਕ ਹੈ, ਇੰਨੀਆਂ ਸਹੂਲਤਾਂ ਸਾਡੇ ਕੋਲ ਨਹੀਂ ਹੈਗੀਆਂ। ਇੰਨੀਆਂ ਸਹੂਲਤਾਂ ਸਾਡੇ ਕੋਲ ਨਹੀਂ ਹੈ। ਸਹੂਲਤਾਂ ਤੋਂ ਆਪਾਂ ਉੱਪਰ ਉੱਠ ਕੇ ਜਾਈਏ, ਇੱਕ ਐਟੀਟਿਊਡ ਪ੍ਰੋਬਲਮ ਦੀ ਆਪਾਂ ਗੱਲ ਕਰ ਲਈ। ਉਸ ਤੋਂ ਬਾਅਦ ਚਲੋ ਕੇਸ ਦਰਜ ਹੋ ਗਿਆ, ਕਹਿੰਦੇ ਕਿ ਪ੍ਰੈਸ਼ਰ ਬਹੁਤ ਹੁੰਦਾ ਪੁਲਿਸ ਵਾਲਿਆਂ ਦੇ ਉੱਤੇ ਕਿ ਕੇਸ ਜਦੋਂ ਕੋਈ ਦਰਜ ਹੁੰਦਾ ਹੈ ਆਮ ਕਿਸੇ ਲੜਾਈ ਦਾ ਜਾਂ ਕੋਈ ਨੋਰਮਲ ਕੇਸ ਦਰਜ ਹੁੰਦਾ, ਕਹਿੰਦੇ ਜੀ ਪ੍ਰੈਸ਼ਰ ਬਹੁਤ ਛੇਤੀ ਆ ਜਾਂਦਾ। ਉੱਤੋਂ ਕਿਸੇ ਮੰਤਰੀ ਸ਼ੰਤਰੀ ਦਾ ਫੋਨ ਆ ਜਾਂਦਾ ਆ ਔਰ ਫਿਰ ਜਿਹੜੀ ਧਿਰ ਨੂੰ ਮੰਤਰੀ ਦਾ ਫੋਨ ਆਇਆ ਹੁੰਦਾ ਉਹਨੂੰ ਉਹ ਜ਼ਿਆਦਾ ਪਲੜਾ ਭਾਰੀ ਕਰ ਦਿੰਦੇ ਆ। ਇੱਦਾਂ ਦਾ ਕੁਛ ਹੁੰਦਾ ਹੈ ਜਾਂ ਨਹੀਂ? ਪਤਾ ਨਹੀਂ ਮੇਰੇ ਸਭ ਜਦੋਂ ਮੇਰੇ ਪ੍ਰੈਸ਼ਰ ਨਹੀਂ ਸੀ ਅੱਜ ਆਇਆ ਉਹਨੇ ਰਜਿਸਟ ਕਰਦੇ ਨਹੀਂ। ਅੱਛਾ ਰਜਿਸਟ ਕਰਦੇ ਉਹਨਾਂ ਨੂੰ ਸਾਫ਼ ਦੱਸੇ ਆਹ ਗੱਲ ਹੈ। ਮੰਤਰੀ ਪੁੱਛ ਲਏ ਜੀ, ਉਹਨੂੰ ਦੱਸ ਕੋਈ ਪੁੱਛ ਲਵੇ ਵੀ ਆਹ ਗੱਲ ਤੁਹਾਡੇ ਬੰਦੇ ਇੱਧਰੋਂ ਬੰਦ ਆਏ ਆਪੇ ਪਿਛੜ ਜਾਂਦੇ ਨੇ। ਅੱਛਾ ਗੁਜਰਾਤ ਦੇ ਵਿੱਚ ਵੀ ਤੁਸੀਂ ਘਟਨਾ ਦੇਖੀ ਹੋਣੀ ਆ ਕਿ ਜਦੋਂ ਕਰੋਨਾ ਦੀਆਂ ਉਲੰਘਣਾ ਕਰਕੇ ਇੱਕ ਮਿਨਿਸਟਰ ਦਾ ਮੁੰਡਾ ਜਿਹੜਾ ਰਾਤ ਨੂੰ ਬਾਹਰ ਤੁਰਿਆ ਫਿਰਦਾ ਸੀਗਾ ਅਤੇ ਉਹ ਕੁੜੀ ਨੇ ਰੋਕ ਕੇ ਹੱਲਾਸ਼ੇਰੀ ਦਿਖਾ ਕੇ ਕਿਹਾ ਵੀ ਚਾਹੇ ਤੂੰ ਮਿਨਿਸਟਰ ਦਾ ਹੋਵੇਂ ਚਾਹੇ ਜਿਹਦਾ ਮਰਜ਼ੀ ਹੋਵੇ ਮੈਂ ਤੈਨੂੰ ਰੋਕ ਲਿਆ, ਚਲਾਨ ਵੀ ਕੀਤਾ, ਪਰ ਉਹਨੂੰ ਉਸ ਤੋਂ ਬਾਅਦ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇੱਦਾਂ ਪੰਜਾਬ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ। ਤੁਸੀਂ ਕਹਿੰਦੇ ਹੋ ਕਿ ਪੋਲੀਟੀਸ਼ੀਅਨ ਦਾ ਜਿਹੜਾ ਇੱਕ ਦਬਾਅ ਹੁੰਦਾ ਉਹ ਹੁੰਦਾ ਨਹੀਂ ਹੈ। ਇਹ ਬਿਲਕੁਲ ਸਹੀ ਗੱਲ ਹੈ ਕਿ ਪੋਲੀਟੀਸ਼ੀਅਨ ਦਾ ਦਬਾਅ ਨਹੀਂ ਹੋ ਸਕਦਾ, ਕਿਉਂਕਿ ਕੱਲ੍ਹ ਤੁਹਾਡੇ ਦੇ ਉੱਤੇ ਕੋਈ ਹੋਮ ਮਿਨਿਸਟਰ ਬੈਠਾ ਹੋਵੇ ਤੁਹਾਨੂੰ ਕਹੇ ਜੀ ਇਹ ਮੇਰਾ ਬੰਦਾ ਇਹਨੂੰ ਛੱਡ ਦਿਓ ਜਾਂ ਇਹਦੇ ਉੱਤੇ ਪਰਚਾ ਨਾ ਪਾਇਓ, ਅਤੇ ਤੁਹਾਨੂੰ ਲੱਗਦਾ ਕਿ ਤੁਸੀਂ ਰੈਸਿਸਟ ਕਰੋਗੇ? ਡਿਪੈਂਡ ਕਰਦਾ ਹੈ ਵੀ ਅੱਗੋਂ ਐਕਸੈਪਟ ਕਰਨ ਵਾਲੇ ਅੱਗੇ ਉਸ ਚੀਜ਼ ਨੂੰ ਦਬਾਅ ਨੂੰ ਐਕਸੈਪਟ ਕਰਦਾ ਕਿ ਨਹੀਂ ਕਰਦਾ। ਮੈਂ ਸਿਸਟਮ ਦੀ ਗੱਲ ਕਰ ਰਿਹਾ ਪੁਲਿਸ ਸਾਹਿਬ, ਮੇਰਾ ਕਿਸੇ ਨਾਲ ਪਰਸਨਲੀ ਕੋਈ ਗੱਲ ਨਹੀਂ ਹੈ। ਮੈਂ ਸਿਸਟਮ ਦੀ ਗੱਲ ਕਰ ਰਿਹਾ ਕਿ ਪੰਜਾਬ ਦਾ ਭਾਰਤ ਦਾ ਸਿਸਟਮ ਅਸੀਂ ਸਮਝਦੇ ਹਾਂ ਕਿ ਇੱਦਾਂ ਦਾ ਹੀ ਹੈ, ਕਿਉਂਕਿ ਗੁਜਰਾਤ ਦੀ ਘਟਨਾ ਸਾਡੇ ਕੋਲ ਆ ਗਈ, ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੀ ਘਟਨਾ ਸੀ, ਮਹਾਰਾਸ਼ਟਰ ਦੇ ਵਿੱਚ ਆਏ ਦਿਨ ਇੱਦਾਂ ਦੀਆਂ ਘਟਨਾ ਹੁੰਦੀਆਂ ਨੇ। ਮੈਂ ਸਿਸਟਮ ਦੀ ਗੱਲ ਕਰਦਾ ਕਿ ਸਿਸਟਮ ਪੰਜਾਬ ਦਾ ਭਾਰਤ ਦਾ ਪੂਰਾ ਇੱਦਾਂ ਦਾ ਹੈ ਕਿ ਪੋਲੀਟੀਸ਼ੀਅਨ ਜਿਹੜੇ ਨੇ ਉਹ ਬੜੀ ਛੇਤੀ ਆ ਜਾਂਦੇ ਨੇ ਜੀ ਇਹ ਬੰਦਾ ਮੇਰਾ ਆ, ਇਹਨੂੰ ਛੱਡ ਦਿਓ, ਇਹਦੇ ਉੱਤੇ ਹਲਕਾ ਜਿਹਾ ਪਰਚਾ ਰੱਖਿਓ, ਇੱਦਾਂ ਦਾ ਕੁਛ ਹੁੰਦਾ ਨਹੀਂ। ਫਿਰ ਤੁਸੀਂ ਮੌਕੇ ਦੀ ਪੁਲਿਸ ਵਾਲੇ ਹੈਡ ਨੂੰ ਪੁੱਛੋ ਇਹ ਗੱਲ
ਆਉਂਦਾ ਉਹਨਾਂ ਦੇ ਕਿ ਨਹੀਂ ਆਉਂਦਾ। ਨਹੀਂ ਤੁਹਾਡੀ ਡਿਊਰੇਸ਼ਨ ਦੇ ਜੋ ਨਹੀਂ, ਤੁਸੀਂ ਮੇਰੇ ਦੇਖਿਆ, ਤੁਸੀਂ 2003 ਤੱਕ ਰਹੇ ਹੋ। ਮੈਨੂੰ ਪਤਾ ਨਹੀਂ ਕਰਤੇ ਨਾ ਵੀ ਜਾਂ ਤਾਂ ਕਿਤੇ ਦਬਾਅ ਜਿਹੜੀ ਹੈ ਨਹੀਂ ਇਹ ਗੱਲ ਦਬਾਅ ਵੀ ਕੋਈ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਜਾਣਦਾ ਹੈ ਜਿਹਨੂੰ ਵੋਟਾਂ ਪਾਈਆਂ ਨੇ ਉਹਨਾਂ ਡੈਫੀਨਿਟਲੀ ਉਹ ਗੱਲ ਕਰਦੇ ਨੇ ਵੀ ਸਾਡੇ ਤੇ ਇਸ ਤਰ੍ਹਾਂ ਕਰਕੇ ਬਣ ਗਿਆ। ਜਿਹੜੇ ਜਿਨ੍ਹਾਂ ਦੇ ਖਿਲਾਫ ਹੁੰਦਾ ਉਹ ਵੀ ਬੋਲਦੇ ਨੇ, ਦੂਜੇ ਬੋਲਦੇ ਨੇ ਜੀ, ਠੀਕ ਹੈ। ਅੱਗੇ ਤਾਂ ਫਿਰ ਜਦੋਂ ਜੇ ਉਹ ਬੰਦੇ ਐਕਸਪਲੇਨ ਕਰਨ ਵੀ ਆਹ ਗੱਲ ਵੇਖ ਲਓ ਤੁਸੀਂ, ਆਹ ਗੱਲ ਹੈ, ਅਤੇ ਆਪਣੇ ਕੋਲ ਜਿਹੜੇ ਦਬਾਅ ਪਾਉਣ ਲਈ ਪਿੱਛੇ ਹਟ ਜਾਂਦੇ ਨੇ। ਫਿਰ ਪਿੱਛੇ ਹਟਣਾ ਚਾਹੀਦਾ ਉਹਨਾਂ ਨੂੰ ਪਿੱਛੇ ਜਿਹੜੇ ਪਾਸੇ, ਕਿ ਉਹਨਾਂ ਜਿਹੜਾ ਸਹੀ ਪੁਲਿਸ ਨੇ ਕੰਮ ਕੀਤਾ ਹੈ ਉਹ ਬਿਲਕੁਲ ਸਹੀ ਹੈ। ਅੱਛਾ, ਚਲੋ ਸਿਸਟਮ ਤੋਂ ਬਾਹਰ ਆਉਂਦੇ ਆ, ਅਤੇ ਤੁਸੀਂ ਮੀਡੀਆ ਦੀ ਮੇਰੇ ਨਾਲ ਗੱਲ ਕਰਦੇ ਸੀ ਕਿ ਮੀਡੀਆ ਬਹੁਤ ਹੈ। ਤੁਸੀਂ ਅੱਜ ਜਿਹੜਾ ਮੀਡੀਆ ਹੈ ਭਾਰਤ ਦਾ, ਇਹਨੂੰ ਕਿੱਦਾਂ ਦੇਖਦੇ ਹੋ, ਔਰ ਇਹਦੀਆਂ ਕੀ ਜ਼ਿੰਮੇਵਾਰੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ, ਤੁਹਾਨੂੰ ਕੀ ਲੱਗਦਾ? ਦੇਖੋ, ਤੁਹਾਨੂੰ ਜ਼ਿੰਮੇਵਾਰੀਆਂ ਦਾ ਪਤਾ ਹੈ, ਅਤੇ ਉਹ ਜ਼ਿੰਮੇਵਾਰੀਆਂ ਜੇ ਤੁਸੀਂ ਆਓ ਸਾਰੇ ਮੀਡੀਆ ਵਾਲੇ, ਕੋਈ ਇਹ ਨਹੀਂ ਤੁਸੀਂ ਤੁਹਾਡੀ ਪਰਟੀਕੂਲਰ ਮੈਂ ਗੱਲ ਕਰ ਰਿਹਾ, ਜੇ ਮੀਡੀਆ ਸਹੀ ਸਲਾਮਤ ਹੋ ਨਾ ਤਾਂ ਸਰਕਾਰ ਖੱਬੇ ਸੱਜੇ ਡੋਲ ਨਹੀਂ ਸਕਦੀ, ਜਾਂ ਮਹਿਕਮੇ ਵੀ ਨਹੀਂ ਡੋਲ ਸਕਦੇ। ਉਹਨਾਂ ਨੂੰ ਪਤਾ ਮੀਡੀਆ ਨੇ ਬਿਲਕੁਲ ਸਾਰੀ ਨੰਗੀ ਚਿੱਟੀ ਕਰ ਦੇਣੀ, ਅਤੇ ਉਹ ਲਾਇਬਿਲਿਟੀ ਹੁੰਦੀ ਫਿਰ ਉਹਨਾਂ 'ਤੇ, ਉਹਨਾਂ ਨੂੰ ਜਵਾਬ ਦੇਣਾ ਪੈਂਦਾ। ਕਿੱਥੇ ਜਵਾਬ ਦੇ ਦੇਣਗੇ ਬਾਹਰ? ਜੀ, ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਅੱਛਾ, ਭਾਰਤ ਦਾ ਮੀਡੀਆ ਸ਼ੁਰੂ ਤੋਂ ਹੀ ਇੱਦਾਂ ਦਾ ਸੀਗਾ, ਜਾਂ ਜਦੋਂ ਤੁਸੀਂ ਮਤਲਬ ਤੁਹਾਡਾ ਇੱਕ ਬਹੁਤ ਵੱਡਾ ਐਕਸਪੀਰੀਅੰਸ, ਮੈਂ ਲਗਾਤਾਰ ਇਹ ਗੱਲ ਕਹਿ ਰਿਹਾ, ਅਤੇ ਇਹ ਜਾਂ ਹੌਲੀ ਵਿਗਾੜ ਆਉਂਦਾ ਇੱਥੇ ਤੱਕ ਪਹੁੰਚ ਗਿਆ? ਦੇਖੋ, ਇਹ ਪਹਿਲਾਂ ਮੀਡੀਆ ਦਾ ਬੜਾ ਸੋਹਣਾ, ਬੜੇ ਵੱਡੇ ਆਪਣੇ ਜਰਨਲਿਸਟ ਹੁੰਦੇ ਸੀ, ਦੂਜੇ ਹੁੰਦੇ ਸਾਰੇ ਬੜੇ ਵਧੀਆ ਸੀ, ਐਨ ਖੇਰ ਕੇ ਰੱਖਦੇ ਹੁੰਦੇ ਸੀ ਜੀ। ਔਰ ਇਵੇਂ ਆਮ ਟੋਲ ਕੇ ਆਪਣੇ ਟੌਪ ਦੇ ਜਿਹੜੇ ਆਪਣੇ ਲੀਡਰਸ਼ਿਪ ਹੁੰਦੀ ਸੀ ਉਹਨੂੰ ਕੰਸਲਟ ਕਰਦੇ ਹੁੰਦੇ ਸੀ, ਕਿ ਜਾਂ ਮੈਟਰ 'ਤੇ ਨਾ ਆਫ ਦੀ ਰਿਕਾਰਡ ਉਹਨੂੰ ਕੰਸਲਟ ਕਰਦੇ ਹੁੰਦੇ ਸਨ ਜੀ, ਵੀ ਤੁਹਾਡਾ ਨੌਲੇਜ ਬੜਾ ਸਾਰਾ ਹਰ ਇੱਕ ਪਾਸੇ ਪੱਖੋਂ ਉਹ ਸਾਰੇ ਪਾਸੇ ਵੇਖ ਕੇ ਕਰ ਦਿੰਦੇ ਸੀ। ਅਤੇ ਉਹ ਜੇ ਪੁਰਾਣੇ ਆਪਣੇ ਬਜ਼ੁਰਗਾਂ ਦੀ ਮਹਿਕਮੇ ਦੇ ਬਜ਼ੁਰਗ ਜਿਹੜੇ ਹੁੰਦੇ ਨੇ ਨਾ ਆਪੋ ਆਪਣੇ ਦੇ, ਉਹ ਲੈ ਕੇ ਉਹਨਾਂ ਸਾਰ ਲੈ ਕੇ ਚੱਲੋ ਅੱਗੇ, ਅਤੇ ਮੈਂ ਕਹਿੰਦਾ ਬੜਾ ਵੱਡਾ ਸੁਧਾਰ ਹੈ ਸਾਡੇ 'ਚ। ਅੱਛਾ, ਜਦੋਂ ਮੀਡੀਆ ਦੀ ਗੱਲ ਹੁੰਦੀ ਹੈ ਤਾਂ ਫਿਰ ਆਪਣੀ ਜਿਹੜੀ ਮੋਦੀ ਸਰਕਾਰ ਹੈ, ਇਹਦੀ ਗੱਲ ਹੋਣੀ ਬਹੁਤ ਲਾਜ਼ਮੀ ਹੈ। ਲਗਾਤਾਰ ਉਹ ਮੀਡੀਆ ਦੇ ਵਿੱਚ ਇੱਕ ਗੱਲ ਕਹਿ ਰਹੇ ਨੇ ਕਿ ਜਿਹੜੇ ਸੰਘਰਸ਼ ਕਰ ਰਹੇ ਨੇ, ਜਾਂ ਤਾਂ ਉਹ ਆਤੰਕਵਾਦੀ ਨੇ, ਵੱਖਵਾਦੀ ਨੇ, ਜਾਂ ਫਿਰ ਉਹ ਹੈ ਹੀ ਸਿੱਖ ਨੇ, ਹੋਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ। ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ ਜੀ, ਇਹ ਜਿਹੜਾ ਐਲੀਗੇਸ਼ਨ ਤਾਂ ਲਾਉਣੇ ਹੁੰਦੇ ਨੇ ਵੀ ਜਿਹੜਾ ਮੋਰਚਾ ਹੁੰਦਾ ਹੈ ਅਤੇ ਇਹ ਫੇਲ ਹੋਵੇ ਕਿਸੇ ਤਰੀਕੇ ਨਾਲ, ਐਲੀਗੇਸ਼ਨ ਲਾਉਣੇ ਨੇ, ਪਰ ਐਲੀਗੇਸ਼ਨ ਸਾਰੇ ਫੇਲ ਹੋ ਚੁੱਕੇ ਨੇ ਜੀ। ਹੈ ਕੋਈ ਸਬੂਤ ਤਾਂ ਹੈ ਹੀ ਨਹੀਂ, ਹੈ ਹੀ ਗੱਲ ਨਹੀਂ, ਕੋਈ ਗੱਲ ਹੈ ਹੀ ਨਹੀਂ ਉਹ ਤਾਂ ਜੀ, ਅਤੇ ਉਹ ਤਾਂ ਸਾਰੀ ਨੰਗੇ ਚਿੱਟੇ ਹਰ ਇੱਕ ਨੂੰ ਪਤਾ ਹੈ, ਅਤੇ ਇਹ ਚੀਜ਼ ਨੂੰ ਨਾ ਉਹ ਤਾਂ ਸਾਰਾ ਫੇਲ ਹੋ ਚੁੱਕੇ ਨੇ, ਉਹ ਕਰਦੀਆਂ ਹੁੰਦੀਆਂ ਨੇ ਸਰਕਾਰਾਂ ਐਸੀ ਗੱਲ। ਅੱਛਾ, ਭੁੱਲਰ ਸਾਹਿਬ, ਉਹ ਲਾਅ ਐਂਡ ਆਰਡਰ ਨੂੰ ਲੈ ਕੇ ਗੱਲ ਕਰਦੇ ਨੇ, ਕਹਿੰਦੇ ਕਿ ਜੇ 26 ਜਨਵਰੀ ਨੂੰ ਤੁਸੀਂ ਅੰਦਰ ਆਉਂਦੇ ਹੋ, ਰਿੰਗ ਰੋਡ ਦੇ ਉੱਤੇ ਆਪਣਾ ਟਰੈਕਟਰ ਮਾਰਚ ਕਰਦੇ ਹੋ, ਅਤੇ ਲਾਅ ਐਂਡ ਆਰਡਰ ਵਿਗੜ ਸਕਦਾ। ਤੁਹਾਨੂੰ ਲੱਗਦਾ ਕਿ ਲਾਅ ਐਂਡ ਆਰਡਰ ਵਿਗੜ ਸਕਦਾ? ਮੇਰਾ ਨਹੀਂ ਖਿਆਲ, ਕਿਉਂਕਿ ਇੰਨਾ ਆਪਾਂ ਨੂੰ ਵੇਖੋ ਇੰਨੇ ਚਿਰ ਦੀ ਕਿੰਨੇ ਉੱਥੇ ਪਰਟੀਕੂਲਰਲੀ ਆਪਾਂ ਵੇਖਿਆ ਨੀਅਰਲੀ 2 ਮਹੀਨੇ ਚੱਲੇ ਨੇ ਉੱਥੇ, ਇੰਨਾ ਪੀਸਫੁਲ ਰਿਹਾ ਕਿਸੇ ਵੀ ਕੋਈ ਕਿਸੇ ਗੱਲ ਦੀ। ਅਤੇ ਇਹਨਾਂ ਨੇ ਆਊਟਰ ਰਿੰਗ ਰੋਡ ਤਾਂ ਬਹੁਤ ਦੂਰ ਹੈ, ਬਹੁਤ ਜ਼ਿਆਦਾ ਮੇਨ ਜਿਹੜੇ ਜਿੱਥੇ ਹੋਣਾ ਫੰਕਸ਼ਨ ਹੋਣਾ ਹੈ, ਬਾਹਰ ਇਨਰ ਆਉਣੀ ਹੈ, ਉਸ ਤੋਂ ਬਾਅਦ ਦੂਜਾ ਬੜਾ ਵੱਡਾ ਖੁੱਲ੍ਹਾ ਏਰੀਆ ਜੀ, ਬੇਸ਼ੱਕ ਦੀ ਬਿਲਟ ਅਪ ਏਰੀਆ ਹੁਣ, ਪਰ ਆਊਟਰ ਰਿੰਗ ਤੋਂ ਬਾਹਰ ਬੜਾ ਏਰੀਆ ਬਣ ਹੋ ਚੁੱਕਾ, ਪਰ ਉਹਦੇ ਕਿਸੇ ਕਿਸਮ ਦਾ ਆਰਡਰ ਦੇ ਸਵਾਲ ਨਹੀਂ ਪੈਦਾ ਹੁੰਦਾ। ਅੱਛਾ, ਪ੍ਰੈਸ਼ਰ ਦੀ ਗੱਲ ਕਰਦੇ ਹਾਂ, ਕਿ ਤੁਹਾਨੂੰ ਲੱਗਦਾ ਕਿ 26 ਜਨਵਰੀ ਨੂੰ ਲੈ ਕੇ ਪ੍ਰੈਸ਼ਰ ਹੈ? ਕਿਉਂਕਿ ਅੱਜ ਵੀ ਮੀਟਿੰਗ ਹੋਣੀ ਹੈ, ਉਹਨਾਂ ਨੇ ਕਿਹਾ ਸੀਗਾ ਕਿਸਾਨ ਜਥੇਬੰਦੀਆਂ ਨੇ ਕਿ ਅਸੀਂ ਤੁਹਾਨੂੰ ਜਵਾਬ ਦੇ ਦਿੰਦੇ ਹਾਂ ਕਿ 22 ਜਨਵਰੀ ਜਿਹੜੀ ਹੈ ਉਹਦੀ ਲੋੜ ਹੀ ਨਹੀਂ ਪੈਣੀ। ਪਰ ਨਰਿੰਦਰ ਸਿੰਘ ਤੋਮਰ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ, ਉਹਨਾਂ ਨੇ ਕਿਹਾ ਜੀ ਇੱਕ ਵਾਰੀ ਸੋਚ ਲਓ ਕਿ ਤੁਸੀਂ 1.5 ਸਾਲ ਰੁਕ ਸਕਦੇ ਹੋ, ਅਸੀਂ ਰੋਕ ਲਾ ਦਿੰਦੇ ਹਾਂ, ਫਿਰ ਕਮੇਟੀ ਬਣਾਵਾਂਗੇ। ਤੁਹਾਨੂੰ ਲੱਗਦਾ ਕਿ 26 ਜਨਵਰੀ ਦਾ ਦਬਾਅ ਹੈ ਸਾਰਾ? ਪਤਾ ਨਹੀਂ ਕੀ ਦਬਾਅ, ਇਹ ਦਬਾਅ ਲੈ ਨਹੀਂ ਤਾਂ ਉਹ ਤਾਂ ਨੈਗੋਸ਼ੀਏਸ਼ਨ ਦੀ ਗੱਲ ਹੈ, ਭਾਵੇਂ ਦਬਾਅ ਜਾਂ ਕਿਸ ਤਰ੍ਹਾਂ ਦਾ ਦਬਾਅ, ਬਿਲਕੁਲ ਦਬਾਅ ਤਾਂ ਹੁੰਦਾ ਹੀ ਹੈ। ਇੰਨੇ ਜਦੋਂ ਲੋਕ ਇਕੱਠੇ ਹੋ ਗਏ, ਸਾਰੇ ਇਕੱਠੇ, ਇੱਕ 70% ਤੋਂ ਜ਼ਿਆਦਾ ਲੋਕ ਜਿਹੜੇ ਡਿਪੈਂਡੈਂਟ ਨੇ ਔਰ ਇਸ ਮੋਰਚੇ ਨਾਲ ਸਹਿਮਤ ਨੇ, ਸਹਿਮਤ ਤਾਂ ਜ਼ਿਆਦਾ ਹੀ ਨੇ, ਇਸ ਤੋਂ ਵੀ ਜ਼ਿਆਦਾ ਨੇ, ਪਰ ਜਿਹੜੇ ਇੰਨੇ ਜਨ ਦਬਾਅ ਦਾ ਕੁਦਰਤੀ ਹੁੰਦਾ ਹੀ, ਪਤਾ ਹੀ ਹੈ। ਫਿਰ ਅੱਗੋਂ ਵੋਟ ਬੈਂਕ ਵੀ ਦੇਸਦਾ ਹੈ, ਵੋਟ ਬੈਂਕ ਵੀ ਕਿੱਥੇ ਹੈ ਨਾ, ਸਰਕਾਰਾਂ ਤਾਂ ਵੋਟਾਂ ਨਾਲ ਹੀ ਬਣਨੀਆਂ ਨੇ। ਅੱਛਾ, ਪੰਜਾਬ ਅਤੇ ਹਰਿਆਣਾ ਦੇ ਵਿੱਚ ਤੁਸੀਂ ਵੋਟ ਬੈਂਕ ਦੀ ਗੱਲ ਕੀਤੀ ਹੈ, ਅਤੇ ਉਹ ਬੀਜੇਪੀ ਦੇ ਜਿਹੜੇ ਹੁਣ ਵਿਧਾਇਕ ਹੈ ਉਹਨਾਂ ਨੂੰ ਤਾਂ ਵੜਨ ਹੀ ਨਹੀਂ ਦਿੰਦੇ, ਅਤੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪਾਸਾ ਪਲਟ ਜਾਊਗਾ, ਸਰਕਾਰ ਬੀਜੇਪੀ ਦੀ ਨਹੀਂ ਰਹੂਗੀ, ਮਤਲਬ ਆਏਗੀ ਨਹੀਂ? ਇਹ ਤਾਂ ਬਿਲਕੁਲ ਵੋਟਰਾਂ 'ਤੇ ਡਿਪੈਂਡ ਕਰਦਾ ਬਹੁਤ। ਇਹ ਤਾਂ ਮੋਮੈਂਟਰੀ ਜਿਹੜੇ ਹੁੰਦੇ ਨੇ, ਕਈ ਵਾਰ ਆਮ ਤੌਰ 'ਤੇ ਆਪਾਂ ਵੇਖੀਏ 6 ਮਹੀਨੇ ਰਹਿੰਦੇ ਨਾ, ਉਦੋਂ ਪਤਾ ਲੱਗਦਾ ਸਰਕਾਰ ਕਿਹਦੀ ਹੋਣੀ ਕਿਹਦੀ ਨਹੀਂ ਹੋਣੀ। ਪਹਿਲਾਂ ਤਾਂ ਸਾਰੇ ਆਪੋ ਆਪਣਾ ਬੋਲਦੇ ਨੇ, ਸਾਰਾ ਜ਼ੋਰ ਲਾਉਂਦੇ ਨੇ, ਪਰ ਜਦੋਂ ਉਦੋਂ ਝੁਕਾਅ ਦੇ ਫੋਲੋਇੰਗ ਉਦੋਂ ਪਤਾ ਲੱਗਦਾ ਅਸਲੀ। ਅੱਛਾ, ਪੰਜਾਬ ਦੇ ਵਿੱਚ ਵੀ ਹਲੇ ਦੇਰ ਸਵੇਰ ਪਤਾ ਲੱਗੂਗਾ ਕਿ ਜਦੋਂ 6 ਮਹੀਨੇ ਵਿੱਚ ਪਤਾ ਲੱਗਦਾ ਸਰਕਾਰ ਦਾ ਝੁਕਾਅ ਕਿੱਧਰ ਹੈ। ਅੱਛਾ ਭੁੱਲਰ ਸਾਹਿਬ, ਪੰਜਾਬ ਦੀ ਨੁਹਾਰ ਬਦਲੀ ਹੋਈ ਹੈ, ਇਹ ਸਭ ਨੂੰ ਪਤਾ ਆ। ਉਹ ਪੰਜਾਬ ਜਿਹਨੂੰ ਉੜਦਾ ਪੰਜਾਬ ਕਿਹਾ ਜਾਂਦਾ ਸੀ, ਕਹਿੰਦੇ ਸੀ ਕਿ ਇਹਨਾਂ ਦੇ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਦੀ ਗਲਦਣ ਦੇ ਵਿੱਚ ਚਲੇ ਗਏ ਨੇ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਅੰਦੋਲਨ ਹੈ ਪੰਜਾਬ ਨੂੰ ਮੁੜ ਸੁਰਜੀਤ ਕਰਨ ਨਾਲ ਆ ਰਿਹਾ ਹੈ? ਮੈਨੂੰ ਲੱਗਦਾ ਕਿ ਯੂਥ ਦਾ ਜਿਵੇਂ ਉਤਸ਼ਾਹ ਹੈ ਨਾ, ਉੱਥੇ ਨਸ਼ਿਆਂ ਦਾ ਵੀ ਇੱਕ ਦੌਰ ਹੁੰਦਾ ਹੈ ਜੀ। ਇਹ ਨਸ਼ਿਆਂ ਦਾ ਦੌਰ ਨਾ ਕਾਫੀ ਲੰਘ ਚੁੱਕਾ ਹੈ, ਔਰ ਜਿਹੜੀ ਯੰਗ ਪੀੜ੍ਹੀ ਨਵੀਂ ਜਿਹੜੇ ਨਸ਼ੇ ਵੇਖ ਰਹੇ ਨੇ ਆਪਣੇ ਘਰ 'ਚ,
ਉਹ ਬਿਲਕੁਲ ਡਿਟੈਸਟ ਕਰਦੇ ਨੇ। ਜਿਹੜੇ ਨਸ਼ੇ 'ਚ ਫਸ ਗਏ ਨੇ ਉਹ ਤਾਂ ਫਸੇ ਰਹਿਣਗੇ, ਉਹ ਤਾਂ ਨਿਕਲ ਨਹੀਂ ਸਕਦੇ। ਜਿੰਨਾ ਮਰਜ਼ੀ ਆਪਾਂ ਕੋਸ਼ਿਸ਼ ਕਰ ਲਈਏ, ਉਹਨਾਂ 'ਚੋਂ ਸਮਝੋ ਵੀ 80% ਤਾਂ ਮੁੜ ਕੇ ਆ ਜਾਣਾ ਹੁੰਦਾ। ਅਸੀਂ ਵੀ ਆਪਣੇ ਤਜਰਬੇ 'ਚ ਵੇਖੇ ਨੇ, ਉਹਨਾਂ ਉੱਤੇ ਮੁੜ ਕੇ ਆ ਜਾਣਾ। 20% ਤਾਂ ਜਿਹੜੇ ਨੇ ਜਾਂ ਤਾਂ ਖਰੀਦ ਨਹੀਂ ਸਕਦੇ, ਹੋਰ ਨਹੀਂ ਕਰ ਸਕਦੇ ਕਈ ਹਫ਼ਤੇ, ਜਾਂ ਵੈਸੇ ਹੀ ਬੋਲਦੇ ਕਿ ਆਪਣੇ ਮਾਈਂਡ ਡਿਟਰਮਿੰਡ ਹੋ ਜਾਣ ਪਹਿਲੀ ਹੁਣ ਕਰਨਾ ਜੋ ਮਰਜ਼ੀ ਹੋ ਜਾਏ। ਅਤੇ ਉਹ ਤਾਂ ਚਲੋ ਜਿੱਥੇ ਨਿਕਲ ਗਏ ਜਿੰਨੇ। ਹੁਣ ਅਗਲੀ ਪੀੜ੍ਹੀ ਜਿਹੜੀ ਆ ਉਹ ਪੜ੍ਹਾਈ ਲਿਖਾਈ ਵਾਲੇ ਪਾਸੇ ਉਹਨਾਂ ਨੇ ਮਤਲਬ ਕਾਫੀ ਉਹ ਸੁਚੇਤ ਹੋ ਗਏ ਨੇ ਇਸ ਗੱਲ ਤੋਂ, ਅਤੇ ਉਹ ਇਹ ਚੀਜ਼ਾਂ ਨਾ ਅੱਗੇ ਆ ਰਹੇ ਨੇ। ਅੱਛਾ, ਜਦੋਂ ਆਪਾਂ ਸਟੇਜ ਦੀ ਗੱਲ ਕਰਦੇ ਹਾਂ ਤਾਂ ਲਗਾਤਾਰ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਗਾਣੇ ਨੇ, ਭੜਕਾਊ ਗਾਣੇ ਨੇ, ਉਹ ਪੰਜਾਬ ਦੇ ਵਿੱਚ ਬੰਦ ਹੋਣੇ ਚਾਹੀਦੇ ਨੇ। ਕਿਤੇ ਨਾ ਕਿਤੇ ਯੂਥ ਨੂੰ ਵਿਗਾੜਨ ਦੇ ਲਈ ਉਹਨਾਂ ਦਾ ਵੀ ਜਿਹੜਾ ਇੱਕ ਬਹੁਤ ਵੱਡਾ ਹੱਥ ਹੈ। ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸਿੰਗਰ ਇੱਦਾਂ ਦੇ ਗਾਣੇ ਗਾਉਂਦੇ ਨੇ ਉਹਨਾਂ ਦਾ ਸੱਚੀ ਹੱਥ ਹੈ, ਉਹ ਬੰਦ ਹੋਣੇ ਚਾਹੀਦੇ ਉਹ ਗਾਣੇ? ਇਹ ਗਾਣੇ ਤਾਂ ਸ਼ੁਰੂ ਤੋਂ ਲੈ ਕੇ ਨਾ ਜੋ ਇਸ ਤਰ੍ਹਾਂ ਦੇ ਕਲਚਰ ਆਪਣਾ ਪਿਛਲੋਂ, ਇਹ ਨਹੀਂ ਵੀ ਕਲਚਰ ਆਪਣਾ ਉਸ ਤਰ੍ਹਾਂ ਦਾ ਹੈ, ਅਤੇ ਪਿੰਡਾਂ 'ਚ ਹਾਸੇ ਖੇਡੇ ਕਰਦੇ ਇਸ ਤਰ੍ਹਾਂ ਦੇ ਗਾਣੇ ਗਾਉਂਦੇ ਹੁੰਦੇ ਸੀ ਜੀ। ਅਤੇ ਅੱਜ ਕੱਲ੍ਹ ਤਾਂ ਥੋੜ੍ਹਾ ਔਰਗਨਾਈਜ਼ ਤਰੀਕਾ ਹੋ ਗਿਆ ਨਾ, ਠੀਕ ਹੈ। ਅਤੇ ਨੱਚਣ ਗਾਣੇ ਨਹੀਂ ਕਰਨੇ ਚਾਹੀਦੇ ਜਿਹੜੇ ਕਿ ਨਹੀਂ ਸਾਰੇ ਜਿਹੜੇ ਯੂਥ ਦੇ ਕਰੈਕਟਰ 'ਤੇ ਅਸਰ ਪਾਉਣ, ਜਾਂ ਦੂਜੇ ਹੋਰ ਉਹਨਾਂ ਨੂੰ ਭੜਕਾ ਕੇ ਦੂਜੇ ਲੜਾਈਆਂ ਲੁੜੀਆਂ ਦੇ ਪਾਸੇ ਪਾਉਣ, ਅਤੇ ਇਹ ਚੀਜ਼ਾਂ ਉਹ ਨਹੀਂ ਹੋਣਾ ਚਾਹੀਦਾ। ਨਹੀਂ ਚਾਹੀਦਾ ਕਲਚਰ, ਆਪਣਾ ਕਲਚਰ ਸਾਫ਼ ਹੋਣਾ ਚਾਹੀਦਾ ਜੀ। ਅੱਛਾ, ਜਦੋਂ ਤੁਹਾਡੀ ਹੁਣ ਰੂਟੀਨ ਕੀ ਹੁੰਦੀ ਹੈ, ਕਿਉਂਕਿ ਹੁਣ ਰਿਟਾਇਰ ਹੋ ਗਏ ਹੋ, ਅਤੇ ਸਾਰਾ ਦਿਨ ਫਿਰ ਕੀ ਰੁਝੇਵੇਂ ਰਹਿੰਦੇ ਤੁਹਾਡੇ? ਜਿਵੇਂ ਹੁਣ ਆਪਾਂ ਰਿਟਾਇਰ ਹੋ ਗਏ ਨਾ ਸਰ, ਬੜੀ ਸਰਵਿਸ ਕੀਤੀ। ਜਦੋਂ ਇੱਧਰ ਇਸ ਪਾਸੇ ਆਇਆ ਵਰਦੀ ਪਾਈ ਪਹਿਲਾਂ ਜੀ, ਆਪਣੀ ਆਰਮੀ ਵਰਦੀ ਸੀ, ਫਿਰ ਪੁਲਿਸ ਵਾਲੀ ਵਰਦੀ ਜੀ। ਰਿਟਾਇਰ ਹੋ ਜਾਣੇ ਥੋੜ੍ਹੀ ਐਵੇਂ ਕੰਮਾਂ 'ਚ ਐਵੇਂ ਫਸੇ ਰਹਿਣਾ ਜੀ, ਫਿਰ ਆਪਣਾ ਆਰਾਮ ਵੀ ਕਰਨਾ ਚਾਹੀਦਾ। ਪਹਿਲੀ ਸੋਹਣੀ ਪੈਨਸ਼ਨ ਮਿਲ ਜਾਂਦੀ ਜੀ, ਮੁੱਕਦੀ ਨਹੀਂ। ਆਪਾਂ ਰੁਝੇਵੇਂ ਹੋਰ ਕਾਹਦੇ ਰੱਖਣੇ ਨੇ ਵਾਕਿਆ, ਹੋਰ ਕਿਸੇ ਕਿਸਮ ਦੇ। ਬਾਕੀ ਆ ਕੇ ਉਹਨੂੰ ਮਿਲ ਗਿਆ, ਬਾਕੀ ਆਪਣਾ ਜੀ। ਅੱਛਾ, ਜਾਂਦੇ ਸਾਡੇ ਦੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ, ਕੀ ਸੰਦੇਸ਼ ਦੇਣਾ ਚਾਹੋਗੇ? ਸਾਡੇ ਜਿਹੜੇ ਨੌਜਵਾਨ ਦੇਖ ਰਹੇ ਨੇ ਜਾਂ ਜਿਹੜੇ ਵੀ ਪੰਜਾਬੀ ਸਾਨੂੰ ਦੇਖ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਨੌਜਵਾਨਾਂ ਦੀ ਤਾਂ ਮੇਰੇ ਤਾਂ ਸ਼ੁਰੂ ਤੋਂ ਲੈ ਕੇ ਹੀ, ਤੁਸੀਂ ਵੇਖੋ ਤੇ ਆਪਣਾ ਪੰਜਾਬ ਪੁਲਿਸ ਦੇ ਵਿੱਚ ਹੁੰਦਿਆਂ ਵੀ ਮੇਰਾ ਮੇਨ ਜਦੋਂ ਪਰਟੀਕੂਲਰ ਜਦੋਂ ਮੈਂ PAP 'ਚ ਆਇਆ, ਬੱਚਿਆਂ ਨੂੰ ਐਜੂਕੇਸ਼ਨ ਦੇਣ ਵਾਸਤੇ ਸਕੂਲ ਖੋਲ੍ਹ ਕੇ ਬੱਚੇ ਉੱਥੇ ਪੜ੍ਹਨ, ਔਰ ਪੜ੍ਹ ਕੇ ਉਹ ਸਹੀ ਤਰੀਕੇ ਨਾਲ ਅੱਗੇ ਆਉਣ, ਔਰ ਆਪਣੀ ਜ਼ਿੰਦਗੀ ਸੰਭਾਲਣ, ਔਰ ਸਹੀ ਤਰੀਕੇ ਨਾਲ ਅੱਗੇ ਆਪਣੀ ਕਲਚਰ ਨੂੰ, ਆਪਣੇ ਆਪ ਨੂੰ ਸੰਭਾਲਣ, ਔਰ ਆਪਣੇ ਦੇਸ਼ ਦੀ ਸੇਵਾ ਕਰਨ, ਔਰ ਬਾਕੀ ਮਾੜੀਆਂ ਗੱਲਾਂ ਤੋਂ, ਖਾਸ ਕਰ ਨਸ਼ਿਆਂ ਤੋਂ ਅਤੇ ਇਹਨਾਂ ਤੋਂ, ਲੜਾਈਆਂ ਝਗੜਿਆਂ ਤੋਂ ਬਚੇ ਰਹਿਣ, ਅਤੇ ਬਾਕੀ ਆਪਣੇ ਸਹੀ ਸਲਾਮ ਸੋਚਣ, ਔਰ ਅੱਗੇ ਆਪਣੇ ਮੁਲਕ ਦੀ ਵੇਖੋ ਕਿੱਥੇ ਅਸੀਂ ਪਿੱਛੇ ਪਛੜੇ ਪਏ ਹਾਂ, ਅੱਗੇ ਜਾਈਏ। ਬਾਕੀ ਮੁਲਕਾਂ ਨੂੰ ਵੇਖੇ ਕਿੱਥੋਂ ਨਵੇਂ ਸਾਡੇ ਤੋਂ ਬਾਅਦ ਉੱਠ ਕੇ ਕਿੱਥੇ ਪਹੁੰਚ ਗਏ ਨੇ। ਵਾਕਈ ਅਸੀਂ ਵੀ ਉਸੇ ਪਲੰਗਾ ਮਾਰੀਏ ਅਤੇ ਉੱਥੇ ਇਹ ਵੀ ਸਾਰੇ ਉੱਥੇ ਜਾ। ਵਾਕਈ ਸਾਡੇ ਜਿਹੜਾ ਯੂਥ ਹੈ ਉਹ ਸਾਡਾ ਸਰਮਾਇਆ ਹੈ। ਵੈਸੇ ਤਾਂ ਇਹ ਗੱਲ ਅਕਸਰ ਕਹੀ ਜਾਂਦੀ ਹੈ ਕਿ ਦੁਨੀਆ ਦੇ ਹਰ ਮੁਲਕ ਦਾ ਸਰਮਾਇਆ ਉਹਦੇ ਯੂਥ ਜਾਂ ਉਹਦਾ ਯੰਗਸਟਰ ਹੁੰਦਾ ਹੈ। ਬਾਕੀ ਮਹਿਲ ਸਿੰਘ ਭੁੱਲਰ ਹੋਣਾ ਨੇ ਬਹੁਤ ਸੋਹਣੀ ਗੱਲ ਕਹੀ। ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਧੰਨਵਾਦ।